रहिए वो नाल सजन दे रहिए लख लख बदियां 100 ताने सब्बे सिर ते सहिए नाल सजन दे रहिए तोड़े सिर वंजे धड़ नालों तां भी हाल न कहिए नाल सजन दे रहिए सुखन जिन्हां दा होवे दारू हाल उथाई कहिए नाल सजन दे रहिए चंदन रुख लगा विच वेड़े जोर तगाए खइए नाल सजन दे रहिए कहे हुसैन फकीर साईं दा जिउंदियां ही मर रहिए नाल सजन दे रहिए नाल सजन दे रहिए मुस्तफा 103 लाहौर कराची लैलपुर पिंडी ते मुल्तान ते इंटरनेट स्ट्रीम ते सुनदा पिया एक जहान ते मैं तुहाड़ा सारियां दा कमला नदान मिजमान एवें जिहा इंसान अफजल साहिर घड़ोली दियो नकालनी मेरा पी कर आया लाल दी मेरा पी कर आया मैं शक्कर बन मित्र प्यारियो मुस्तफा 103 लाहौर कराची लैलपुर पिंडी मुल्तान तो मैं अफजल साहिर खालिस खलूस ते सारियां मुहब्बतां नाल भरिया सलाम सारे सुनने वालियां दे नाम ते बाजादा आवाज रसीले लगदा सुखन अलूना दुध अंदर जे खंड रलाइए मिठा होंदा दूना सो पहले बोल तो ही तानू थोड़ा जा अंदाजा हो गया होगा कि किसी अदा दी किसी सुर दी किसी रसीली आवाज दी ही गल तानू पता है जदों भी साडे कोल कोई सुरीले जी साडे कोल आउंदे ने कोई सेध वाले कोई ध्यान वाले कोई ज्ञान वाले या सुर वाले ते असीं ये शेर पढ़ने ते उथों अंदाजा हो जांदा कि भाई कोई साडे वेड़े दे ना बख्त जागण वाले ते इस धरती दे जिन्हां जियां ने बख्त जगाए ने जिन्हां सांझ दे प्रीत दे मुहब्बत दे सुलह कुल दे खुदा दी आगाही दे जिन्हां ने इत्थे बख्त जगाए ने वो साडे सूफी फकीर दरवेश अल्लाह लोग साडे वडके शायर होए बाबा फरीद गंज शकर तो लैके ख्वाजा गुलाम फरीद तक एक लंबी लड़ी है रब लोकां दी उन्हां दे सुखन दी वो कबीर जी होण वो मीरा जी होण वो बाबा नानक जी होवे वजीद जी होण या शाह हुसैन होण सुल्तान बाहू सरकार होण या वारिस शाह होण या बुल्ले शाह होण हाशिम शाह होण या हाफिज होवे या हदायतुल्लाह होवे या मियां मोहम्मद बख्श होण या ख्वाजा गुलाम फरीद तो उस तो बाद अजोके भी बड़े सूझ वाले बड़े सुरत ज्ञान वाले बड़े बड़े शायर लोक शायर इस धरती दे वेड़े रब्बी सुरां च बोलदे हलाउंदे गाउंदे इस धरती दे बख्त जगाउंदे साडे कोलों चले गए पर वो लोग वो जी जिन्हां ने इन्हां फकीरां नूं साडियां रूहां चों नहीं जाण दिता वो कवाल लोग होए इस धरती दे समझ लो कि पेड़ दे मुरले गायक
ਤੇ ਪਿੰਡ ਦੀ ਗਾਇਕੀ ਕੋਈ ਸੌਖਾ ਮਾਮਲਾ ਨਹੀਂ ਹੈ, ਇਹ ਇੱਕ ਵੱਡੀ ਕਲਾ ਹੈ, ਇਹ ਪਰਫਾਰਮਿੰਗ ਆਰਟ ਹੈ, ਪੂਰੇ ਲੋਕਾਂ ਦੇ ਨਾਲ ਰਲ ਕੇ ਗਾਉਣ ਹੁੰਦਾ ਹੈ, ਕਿਉਂਕਿ ਸੁਣਨ ਵਾਲੇ ਤੇ ਗਾਉਣ ਵਾਲੇ ਇੱਕਮੇ ਹੋਏ ਹੁੰਦੇ ਨੇ, ਸਾਹਮਣੇ ਨਜ਼ਰਾਂ ਮਿਲੀਆਂ ਹੁੰਦੀਆਂ ਨੇ, ਸਭ ਇੱਕ ਹੀ ਜਲਵਾ, ਇੱਕ ਹੀ ਹੁਜਰੇ 'ਚ ਜਿਵੇਂ ਕੋਈ ਸੰਗਤ ਹੋ ਰਹੀ ਹੁੰਦੀ ਹੈ। ਇਹ ਕਵਾਲੀ ਦੀ ਰੀਤ ਹੈ ਤੇ ਕਵਾਲੀ ਸੂਫੀਆਂ ਫਕੀਰਾਂ ਦੀਆਂ ਢੇਰੀਆਂ ਤੇ ਜਿੱਥੇ ਮੁਹੱਬਤ ਦੇ, ਪ੍ਰੀਤ ਦੇ, ਰੱਬੀ ਰੰਗਾਂ ਦੇ ਮੇਲੇ ਲੱਗਦੇ ਨੇ, ਜੋਤਾਂ ਜਗਦੀਆਂ ਨੇ, ਉੱਥੇ ਇਹਨਾਂ ਦੀਆਂ ਸੰਗਤਾਂ ਆਬਾਦ ਹੋਈਆਂ। ਇਹਨਾਂ ਨੇ ਖਲਕ ਨੂੰ ਦਿਆ ਕਵਾਲੀ ਦੀ ਜਿਹੜੀ ਰਵਾਇਤ ਹੈ, ਸਾਡੇ ਬਹੁਤ ਸਾਰੇ ਸੂਫੀ ਸ਼ਾਇਰ ਸਿਰਫ ਕਵਾਲਾਂ ਦੀ ਵਜ੍ਹਾ ਨਾਲ ਸਾਡੇ ਤੱਕ ਪਹੁੰਚੇ ਨੇ, ਨਹੀਂ ਤੇ ਉਹਨਾਂ ਦਾ ਕਲਾਮ ਕਿਧਰੇ ਦੂਰ ਹੀ ਰਹਿ ਜਾਣਾ ਸੀ। ਇੱਥੋਂ ਤੱਕ ਕਿ ਸ਼ਾਹ ਹੁਸੈਨ ਨੇ, ਜਿਹੜੇ ਸਾਡੇ ਮੁਰਸ਼ਦ ਦਾ ਦਰਜਾ ਹੈ, ਮਾਧੋ ਲਾਲ ਹੁਸੈਨ ਸਭ ਜਾਣਦੇ ਨੇ, ਉਹਨਾਂ ਦਾ ਕਲਾਮ ਕਿਧਰੇ ਛਪਿਆ ਛੁਪਿਆ ਕੋਈ ਨਹੀਂ ਸੀ, ਉਹ ਸਿੰਧ ਦੇ ਕਵਾਲਾਂ ਰਾਹੀਂ ਸਾਡੇ ਤੱਕ ਪਹੁੰਚਿਆ। ਤੁਸੀਂ ਅੰਦਾਜ਼ਾ ਲਾਓ ਕਿ ਪੂਰੇ ਹਿੰਦ ਸਿੰਧ ਵਿੱਚ ਉਹਨਾਂ ਸੁਖਨ ਦਾ ਸਚਲ ਸਰਮਸਤ ਗਾਉਂਦੇ ਨੇ, ਇੱਕ ਮਸਤੀ 'ਚ ਨੱਚਦੇ ਨੇ ਤੇ ਬੋਲ ਬੋਲਦੇ ਨੇ, ਤੇ ਆਲੇ ਦੁਆਲੇ ਮੁਰੀਦ ਔਰ ਮੁਰਸ਼ਦ, ਉਹਨਾਂ ਦਰਵੇਸ਼, ਉਹਨਾਂ ਦੇ ਮੁਰੀਦ ਬੈਠੇ ਨੇ, ਉਹ ਆਪਣੀ ਮਸਤੀ 'ਚ ਨੱਚ ਰਹੇ ਨੇ, ਨਾਲੇ ਗਾ ਰਹੇ ਨੇ, ਰੱਬੋਂ ਉਹਨਾਂ ਨੂੰ ਬੋਲ ਆ ਰਹੇ ਨੇ। ਤੇ ਉਸ ਤੋਂ ਬਾਅਦ ਜਦੋਂ ਉਹ ਨੱਚਣਾ ਬੰਦ ਕਰਦੇ ਨੇ, ਆਪਣੇ ਮਸਤੀ ਦਾ ਉਹ ਘੇਰਾ ਪੂਰਾ ਕਰਦੇ ਨੇ, ਫੇਰਾ ਪੂਰਾ ਕਰਦੇ ਨੇ, ਤੇ ਉਹ ਅੱਜ ਹੀ ਮੈਂ ਪੜ੍ਹ ਰਿਹਾ ਸੀ ਕਿਤਾਬ ਸਚਲ ਸਰਮਸਤ ਦੀ ਕਿਤਾਬ ਚੋਂ ਕਿ ਬਈ ਉਹ ਇਸ ਲਈ ਪੂਰਾ ਕਰਦੇ ਨੇ ਤੇ ਜਿਹੜੇ ਮੁਰੀਦ ਔਰ ਉਹਨਾਂ ਦੇ ਸ਼ਾਗਿਰਦ ਜਾਂ ਉਹਨਾਂ ਦੇ ਜਿਹੜੇ ਮਾਨੀ ਉਹ ਦੱਸਦੇ ਨੇ, ਉਹ ਨਾਲ ਨਾਲ ਲਿਖਦੇ ਜਾਂਦੇ ਨੇ। ਉਹ ਫਕੀਰ ਜੋ ਆਪਣੀ ਰੌਂ 'ਚ ਕੈਫੀਅਤ 'ਚ ਨੱਚ ਰਿਹਾ ਨਾਲੇ ਗਾ ਰਿਹਾ, ਖਾਸ ਰਾਗਦਾਰੀ ਦੇ ਨਾਲ ਜੁੜਿਆ ਹੋਇਆ ਗਾ ਰਿਹਾ, ਐਵੇਂ ਨਹੀਂ ਗਾ ਰਿਹਾ। ਇੰਜ ਨਾਨਕ ਸਰਕਾਰ ਬਾਰੇ ਵੀ ਕਹਿੰਦੇ ਨੇ ਕਿ ਉਹ ਵੀ ਗਾ ਕੇ ਹੀ ਗੱਲਾਂ ਦੱਸਦੇ ਸਨ। ਸੋ ਸੂਫੀਆਂ ਦੀ ਰਾਗਦਾਰੀ ਦੇ ਮਤਲਬ ਸ਼ਾਹ ਹੁਸੈਨ ਨੇ ਜਿਹੜੀਆਂ ਕਾਫੀਆਂ ਲਿਖੀਆਂ ਨੇ, ਨਾਲ ਉਹਦਾ ਰਾਗ ਵੀ ਲਿਖਿਆ ਕਿ ਕਿਹੜੇ ਰਾਗ ਦੇ ਵਿੱਚ ਇਹ ਗਮੀ ਗਈ ਹੈ, ਕਿਉਂਕਿ ਉਹ ਰਾਗ ਦੀ ਮੌਸੀਕੀ ਦੇ ਇੰਨੇ ਜਾਣੂ ਸਨ, ਇੰਨੇ ਗਿਆਨੀ ਸਨ। ਸੋ ਇਹ ਚਲੋ ਇਹ ਗੱਲ, ਔਰ ਸਚਲ ਨੂੰ ਬਾਅਦ ਜਿਸਲੇ ਦਰਵੇ ਫਕੀਰ ਆਪਣੇ ਉਹਨਾਂ ਦੇ ਮੁਰੀਦ ਉਹਨਾਂ ਨੂੰ ਸੁਣਾਉਂਦੇ ਸਨ ਕਿ ਬਾਬਾ ਜੀ ਇਹ ਤੁਸੀਂ ਬੋਲ ਬੋਲੇ ਨੇ, ਉਹਦੇ ਵਿੱਚ ਮੁਕੜਾ, ਸਥਾਈ, ਅੰਤਰਾ ਸਾਰਾ ਕੁਝ ਹੁੰਦਾ ਸੀ, ਉਹ ਪੂਰਾ ਹੁੰਦਾ ਸੀ। ਤੇ ਉਹ ਕਹਿੰਦੇ ਸੀ ਅਸੀਂ ਤਾਂ, ਸਾਨੂੰ ਤੇ ਨਹੀਂ ਪਤਾ ਇਹ ਅਸਲ ਕੌਣ ਲਿਖ ਗਿਆ, ਇਹ ਲਿਖਣ ਵਾਲੇ ਨੇ ਲਿਖ ਲਿਆ, ਇਹ ਕਹਿਣ ਵਾਲੇ ਨੇ ਕਿਹਾ, ਮੈਂ ਤੇ ਕੁਝ ਨਹੀਂ ਲਿਖਿਆ, ਮੈਨੂੰ ਸਾਨੂੰ ਤਾਂ ਪਤਾ ਹੀ ਕੋਈ ਨਹੀਂ। ਇਹ ਫਕੀਰ ਕਹਿ ਰਹੇ ਸਨ ਸਚਲ ਸਰਮਸਤ। ਅੱਜ ਹੀ ਮੈਂ ਪੰਜਾਬੀ ਅਰਬੀ ਬੋਰਡ ਦੀ ਕਿਤਾਬ ਹੈ, ਸ਼ਫਕਤੁਦੀਨ ਮਿਰਜ਼ਾ ਸਾਹਿਬ ਵੱਡੇ ਸਕਾਲਰ ਹੋਏ ਨੇ, ਉਹਨਾਂ ਦੀ ਕਿਤਾਬ ਲਿਖੀ ਹੋਈ। ਕਹਿਣ ਦਾ ਇਹ ਵੇ ਕਿ ਕਵਾਲੀ ਸਾਡੇ ਲੋਕ ਸੀਨਿਆਂ ਦੇ ਵਿੱਚ, ਲੋਕ ਗੀਤ ਚਲੋ ਦੁਨੀਆ ਦੀ ਰੋਮਾਂਸ ਦੇ, ਦੁੱਖਾਂ ਸੁੱਖਾਂ ਦੇ ਗੀਤ ਨੇ, ਪਰ ਜਿਹੜੇ ਕਵਾਲ ਸੂਫੀ ਲੋਕਾਂ ਦੇ ਜਿਹੜੇ ਗੀਤ ਨੇ, ਉਹਨਾਂ ਦੀਆਂ ਜਿਹੜੀਆਂ ਕਾਫੀਆਂ ਨੇ, ਉਹਨਾਂ ਦਾ ਜਿਹੜਾ ਕਲਾਮ ਹੈ, ਉਹ ਸਾਡੇ ਸੀਨਿਆਂ 'ਚ ਜਿਹੜੇ ਪਹੁੰਚਾਉਣ ਵਾਲੇ, ਉਹ ਕਵਾਲ ਹੋਏ, ਕਵਾਲੀ ਦੀ ਰੀਤ ਨਾਲ ਜੁੜੇ ਵੱਡੇ ਵੱਡੇ ਘਰਾਣੇ, ਬੜੇ ਬੜੇ ਲੋਕ, ਜਗਤ ਭਰ ਦੇ ਵਿੱਚ ਸਾਡਾ ਨਾਂ ਵੱਜਦਾ ਹੈ ਸਾਡੇ ਇਸ ਦੇਸ਼ ਦੀ ਕਵਾਲੀ ਦਾ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ, ਨਾ ਵੀ ਪੂਰੀ ਦੁਨੀਆ ਦੇ ਉਹ ਲੋਕ ਵੀ ਜਿਹੜੇ ਨਾ ਬੋਲਾਂ ਲਫ਼ਜ਼ਾਂ ਨੂੰ ਨਹੀਂ ਵੀ ਜਾਣਦੇ, ਉਹਨਾਂ ਨੂੰ ਵੀ ਜਗਾ ਛੜਿਆ। ਤੇ ਉਸੇ ਘਰਾਣੇ, ਉਸੇ ਪੂਰਾ ਮੁਜਾਹਿਦ ਅਲੀ ਖਾਨ, ਮੁਬਾਰਕ ਅਲੀ ਖਾਨ, ਨੁਸਰਤ ਫਤਿਹ ਅਲੀ ਖਾਨ, ਪਿੱਛੇ ਉਹਨਾਂ ਦੇ ਵੱਟ ਕੇ ਫਤਿਹ ਅਲੀ ਖਾਨ ਕਵਾਲ, ਜਿਹੜੇ ਜਲੰਧਰੀ ਕਵਾਲ ਹੋਏ, ਜਲੰਧਰ ਦੇ ਵੀ ਬੜੇ ਭਾਗ ਨੇ, ਉੱਥੋਂ ਵੀ ਬੜੇ ਕਵਾਲ ਘਰਾਣੇ ਬੜੇ ਹੋਏ ਨੇ, ਹੁਸ਼ਿਆਰਪੁਰ, ਜਲੰਧਰ ਦੇ, ਦੁਆਬੇ ਦੇ। ਤੇ ਅੱਜ ਉਸ ਘਰਾਣੇ ਦੇ ਨਾਲ ਫਿਰ ਰਜ਼ਵਾਨ ਮੁਅੱਜ਼ਮ ਅਲੀ ਖਾਨ, ਜਿਹੜੇ ਕਿ ਨੁਸਰਤ ਫਤਿਹ ਅਲੀ ਖਾਨ, ਕੋਈ ਪੂਰੇ ਇੱਕ ਜਿਹੜੀ ਪੂਰੀ ਟਾਬਰੀ ਹੈ ਉਸ ਦੇ ਗਾਇਕਾਂ ਚੋਂ, ਮੁਜਾਹਿਦ ਅਲੀ ਖਾਨ ਸਾਹਿਬ ਦੇ ਸਾਹਿਬਜ਼ਾਦੇ, ਰਜ਼ਵਾਨ ਮੁਅੱਜ਼ਮ, ਉਹਨਾਂ ਦੇ ਅੱਗੋਂ ਗੰਢਾਬੰਦ ਸ਼ਾਗਿਰਦ ਨੇ, ਖੁਦ ਇਹਨਾਂ ਦੇ ਆਪਣੇ ਵਟਕੇ ਵੀ ਗਾਉਂਦੇ ਰਹੇ, ਅੰਬਰਸਰੀ ਕਵਾਲ, ਮੁਹੰਮਦ ਸਦੀਕ ਸਾਹਿਬ, ਇਜਾਜ਼ ਸਦੀਕ ਸਾਹਿਬ। ਤੇ ਅੱਜ ਜਿਹੜੇ ਸਾਡੇ ਕੋਲ ਮਿੱਤਰ ਆਏ, ਕਵਾਲ ਮਿੱਤਰ, ਪੂਰੀ ਆਪਣੀ ਪੂਰੀ ਸੰਗਤ ਦੇ ਨਾਲ, ਉਹ ਜਨਾਬ ਮੋਹਸਨ ਇਜਾਜ਼ ਖਾਨ। ਮੋਹਸਨ ਇਜਾਜ਼ ਖਾਨ ਹੋਰਾਂ ਨੂੰ ਮੈਂ ਬਾਬੇ ਮਾਧੋ ਲਾਲ ਹੁਸੈਨ ਦੀ ਜੂਹ 'ਚ
ਇੱਕ ਮਿੱਤਰਾਂ ਦੀ ਸੰਗਤ 'ਚ ਸੁਣਿਆ ਔਰ ਇਹਨਾਂ ਦਾ ਰਚਾਓ ਲਗਾਓ, ਇਹਨਾਂ ਦੀ ਰੂਹਦਾਰੀ, ਇਹਨਾਂ ਦੀ ਗੁਣਕਾਰੀ, ਇਹਨਾਂ ਦੀ ਰਾਗਦਾਰੀ, ਈਵਨ ਸੁਰਕਾਰੀ, ਉਹਦੇ ਅੰਦਰ ਇੱਕ ਅਜਬ ਕੈਫੀਅਤ ਸੀ, ਫੀਲ ਸੀ। ਔਰ ਫਿਰ ਇਹ ਕਿ ਲਫ਼ਜ਼ਾਂ ਦੀ ਰੂਹ ਨੂੰ, ਲਫ਼ਜ਼ ਨੂੰ ਅਦਾ ਕਰਨਾ ਵੀ ਜਾਣਦਾ। ਮੈਂ ਬੜਾ ਆਨੰਦ ਲਿਆ, ਬੜੀ ਚੱਸ ਲਈ ਤੇ ਮੇਰਾ ਦਿਲ ਬਣਿਆ ਕਿ ਇਹ ਸਾਡੇ ਪ੍ਰੋਗਰਾਮ 'ਚ ਆਉਣ। ਮਸਤ FM 103 ਲਾਹੌਰ, ਕਰਾਚੀ, ਮੁਲਤਾਨ, ਫੈਸਲਾਬਾਦ, ਪਿੰਡੀ ਸਾਡੇ ਸਾਰੇ ਸਟੂਡੀਓਜ਼ ਜਾਣ ਤੇ ਆ ਕੇ ਸਾਡੇ ਸੁਣਨ ਵਾਲਿਆਂ ਨੂੰ ਵੀ ਉਸੇ ਤਰ੍ਹਾਂ ਨਿਹਾਲ ਕਰਨ ਜਿਵੇਂ ਇਹਨਾਂ ਨੇ ਇੱਕ ਸੰਗਤ 'ਚ ਸਾਨੂੰ ਕੀਤਾ, ਜਾਂ ਮਤਲਬ ਮੈਨੂੰ ਕੀਤਾ। ਤੇ ਮੈਂ ਆਪਣੇ ਵੱਲੋਂ, ਆਪਣੇ ਸਾਰੇ ਸੁਣਨ ਵਾਲਿਆਂ ਵੱਲੋਂ, ਆਪਣੇ ਇੰਤਜ਼ਾਮੀਆਂ ਵੱਲੋਂ ਮੋਹਸਿਨ ਇਜਾਜ਼ ਖਾਨ ਸਾਹਿਬ ਨੂੰ, ਜਿਹੜੇ ਕਿ ਲਾਹੌਰੋਂ ਨੇ ਔਰ ਆਪਣੀ ਪੂਰੀ ਸੰਗਤ ਦੇ ਨਾਲ ਸਾਡੇ ਕੋਲ ਅੱਜ ਤਸ਼ਰੀਫ ਲਿਆਏ ਨੇ, ਇਹਨਾਂ ਨੂੰ ਜੀ ਆਇਆਂ ਨੂੰ ਕਹਿਣਾ। ਬੀਬਾ ਜੀ ਕੀ ਹਾਲ ਨੇ? ਜੀ ਅਲਹਮਦੁਲਿਲਾ, ਸ਼ੁਕਰ। ਮਾਈਕ ਦੇ ਜ਼ਰਾ ਹੋਰ ਅਨ ਕਰੀਬ ਹੋਵੋਗੇ ਤੇ ਆਵਾਜ਼ ਜੀ ਅਲਹਮਦੁਲਿਲਾ, ਸ਼ੁਕਰ। ਮਾਈਕ ਨੂੰ ਖਿੱਚ ਵੀ ਲਓ ਬੇਸ਼ੱਕ। ਬਿਸਮਿਲ੍ਲਾ ਬਿਸਮਿਲ੍ਲਾ ਜੀ। ਇਹ ਸਾਡੇ ਧੰਨ ਭਾਗ ਨੇ ਜੀ, ਤੁਸੀਂ ਇਸ ਰੰਗ ਜਿੱਥੇ ਰੱਬ ਬਹੁਤ ਨੇੜੇ ਹੁੰਦਾ ਹੈ, ਤੁਸੀਂ ਹੋਰ ਨੇੜੇ ਕਰਨ ਆਏ ਹੋ। ਤੁਹਾਡਾ ਬਹੁਤ ਸ਼ੁਕਰੀਆ। ਬਹੁਤ ਅੱਛੇ, ਮਾਸ਼ਾਅੱਲਾ ਮਾਸ਼ਾਅੱਲਾ, ਸੁਭਾਨ ਅੱਲਾ। ਇਸ ਵੇਲੇ ਇੰਟਰੋ ਹੈ, ਜੇ ਕਿਤੇ ਵਿੱਚ ਕਿਤੇ ਹੁੰਦੀ ਤੇ ਫਿਰ ਗੁਫ਼ਤਗੂ ਹੋਰ ਹੋ ਜਾਣੀ ਸੀ। ਤੇ ਫਿਰ ਮੇਰਾ ਫੈਸਲਾ ਬਸ ਜਾਗ ਪੈਂਦਾ ਹੈ, ਸਾਈਡ ਦੀ ਇੱਕ ਬੇਸਵਾਦੀ का स्वाद ले रहे थे हम। जी बिस्मिल्लाह जी। ਬਾਬਿਓ ਕਦੋਂ ਤੋਂ ਕਿੱਥੋਂ ਲਿਆ ਇਹ ਫੈਜ਼, ਕਿੱਥੋਂ ਆਪਣੀ ਗਾਇਕੀ ਦੇ ਥੋੜੇ ਜਿਹਾ ਸਫ਼ਰ ਬਾਰੇ ਦੱਸੋ ਜੀ। ਅਲਹਮਦੁਲਿਲਾ ਸਾਡੇ ਬਜ਼ੁਰਗਾਂ ਤੋਂ ਇਹ ਨਿਜ਼ਾਮ ਚੱਲਦਾ ਆ ਰਿਹਾ ਹੈ। ਪਹਿਲੇ ਮੇਰੇ ਦਾਦਾ ਜੀ ਸਦੀਕ ਸਾਹਿਬ, ਫਿਰ ਅੱਗੋਂ ਵਾਲਦ ਸਾਹਿਬ ਨੇ ਕੀਤਾ। ਵਾਲਦ ਸਾਹਿਬ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਗੰਢਾਬੰਦ ਸ਼ਾਗਿਰਦ ਸਨ। ਅੱਛਾ। ਜਦੋਂ ਉਹਨਾਂ ਦਾ ਕੋਈ ਮਤਲਬ ਰਿਕਾਰਡ ਹਿੱਟ ਨਹੀਂ ਸੀ। ਅੱਛਾ, ਉਹ ਪੁਰਾਣਾ ਪਹਿਲੇ। ਅੱਛਾ, ਵਾਹ ਵਾਹ। ਫਿਰ 10-11 ਸਾਲ ਵਾਲਦ ਸਾਹਿਬ ਨੇ ਉੱਥੇ ਉਹਨਾਂ ਦੇ ਕੋਲ ਗੁਜ਼ਾਰੇ। ਖਾਨ ਸਾਹਿਬ ਨੁਸਰਤ ਫਤਿਹ ਅਲੀ ਖਾਨ? ਹਾਂਜੀ, ਉਹਨਾਂ ਦੇ ਘਰ ਗੁਜ਼ਾਰੇ। ਕਿਆ ਕਹਿੰਦੇ ਉਹਨਾਂ ਦੀ ਲਾਇਬ੍ਰੇਰੀ 'ਚ ਸਾਰਾ ਵਾਲਦ ਸਾਹਿਬ ਨੇ ਉੱਥੋਂ ਫੈਜ਼ ਹਾਸਲ ਕੀਤਾ। ਫਿਰ ਉਹਨਾਂ ਦੀਆਂ ਹੀ ਦੁਆਵਾਂ ਨਾਲ ਅੱਜ ਅੱਲਾਹ ਤਾਲਾ ਨੇ, ਰੱਬ ਨੇ ਮਿਹਰਬਾਨੀ ਫਰਮਾਈ, ਮੇਰੇ ਤੱਕ ਇਹ ਗੱਲ ਆਈ ਤੇ ਮੈਂ ਉਸਤਾਦ ਰਿਜ਼ਵਾਨ ਮੌਜ਼ਮ ਖਾਨ ਦਾ ਗੰਢਾਬੰਦ ਸ਼ਾਗਿਰਦ ਹੋਇਆ। ਅੱਛਾ। ਤੇ ਉਹਨਾਂ ਦੀਆਂ ਦੁਆਵਾਂ ਨਾਲ ਤੇ ਕੁਝ ਆਪਣੇ ਬਜ਼ੁਰਗਾਂ ਦੀਆਂ ਦੁਆਵਾਂ ਨਾਲ ਇਹ ਅੱਲਾਹ ਤਾਲਾ ਨੇ ਮਿਹਰਬਾਨੀ ਫਰਮਾਈ ਕਿ ਅੱਜ ਜਿਸ ਤਰ੍ਹਾਂ ਦਾ ਤੁਹਾਡਾ ਰੰਗ ਹੈ, ਤੁਸੀਂ ਤੇ ਇਸ ਦੇਸ਼ 'ਚ ਵੀ ਆਪਣਾ ਰੰਗ ਲਾਇਆ, ਲੋਕਾਂ ਦੀਆਂ ਰੂਹਾਂ ਨੂੰ ਨਿਹਾਲ ਕੀਤਾ, ਉਸ ਖੁਮਾਰ 'ਚ ਲੈ ਗਿਆ, ਰੱਬੀ ਖੁਮਾਰ ਜਿਹੜਾ ਹੁੰਦਾ ਫਕੀਰੀ ਵਾਲਾ, ਉਹਦੇ 'ਚ ਲੈ ਕੇ। ਬਲਕਿ ਤੁਸੀਂ ਤੇ ਲੰਡਨ ਵੀ, ਹਾਂਜੀ, ਇੰਗਲੈਂਡ 'ਚ, ਯੂਕੇ ਤੇ ਵੀ ਪਰਫਾਰਮ ਕਰਕੇ ਆਏ। ਇੰਗਲੈਂਡ 'ਚ ਮੈਂ 4 ਸ਼ਹਿਰਾਂ 'ਚ ਪਰਫਾਰਮ ਕੀਤਾ ਜੀ। ਵਾਹ ਵਾਹ। ਅੱਛਾ। ਰੌਸ਼ਡੇਲ, ਮਾਨਚੈਸਟਰ, ਅੱਛਾ, ਬ੍ਰੈਡਫੋਰਡ, ਬਰਮਿੰਗਮ। ਅੱਛਾ, ਠੀਕ ਹੋ ਗਿਆ, ਕਮਾਲ ਹੋ ਗਿਆ। ਤੇ ਅਜੇ ਬਾਕੀ ਗੱਲਾਂ ਮੇਰਾ ਖਿਆਲ ਬਾਅਦ ਚ ਕਰਨੇ। ਕਾਫੀ ਦੇਰ ਤੋਂ ਅਸੀਂ ਗੱਲਾਂ ਦੇ ਨਾਲ ਜੁੜ ਗਏ ਹਾਂ ਔਰ ਲੋਕਾਂ ਨੂੰ ਵੀ ਜੋੜਿਆ ਹੋਇਆ ਹੈ ਅੱਗੇ। ਤੇ ਮੇਰਾ ਮਨ ਹੈ ਕਿ ਅਸੀਂ ਕੋਈ ਰੱਬੀ, ਕੋਈ ਸੂਫੀ, ਕੋਈ ਫਕੀਰੀ, ਕੋਈ ਸੋਹਣੇ ਸਾਈਂ ਦੇ ਨਾਂ ਦਾ ਜੀ ਜ਼ਰੂਰ ਕੋਈ ਰੰਗ ਜਿਹੜਾ ਕਿ ਕਵਾਲੀ ਦੇ ਰੂਪ ਚ ਇਨਸ਼ਾਅੱਲਾ ਨਾਤ ਸ਼ਰੀਫ ਪੇਸ਼ ਕਰਦੇ ਹਾਂ। ਮੈਂ ਪੰਜਾਬੀ ਦੀ। ਬਿਸਮਿਲ੍ਲਾ।
रब वल जांदिया दाया मैनू ले चल शहर मदीने बस दे यार नगीने नगरी बस दे यार नगीने उस धरती ते खुले रहंदे दे खजीने आजम में उस खाक नु चुमा जिथे लाए कदम नबी ने आजम में उस खाक नु चुमा जिथे लाए कदम
ਸੁਭਾਨ ਅੱਲਾ ਕਿਆ ਤੁਸੀਂ ਰੰਗ ਬੰਨਿਆ ਜੇ ਤੇ ਕੀ ਤੁਫੈਲ ਨੇ ਅਜੀ ਖਾਨ ਸਾਹਿਬ ਯਾਦ ਕਰਾਏ ਨੇ ਖਬਰੇ ਕਿਧਰ ਗਿਆ ਹੈ ਨਾ ਤੇ ਇਹ ਕੰਮ ਵੀ ਹੁੰਦਾ ਹੈ ਔਰ ਅੱਜ ਮੈਂ ਇੱਕ ਗੀਤ ਸੁਣਿਆ ਕਿੰਨੇ ਸੀ 300 ਕਿੰਨੇ ਕੁ 476 ਕੁ ਇੰਨੇ ਮਿਲੀਅਨ 1 ਮਿਲੀਅਨ ਹੀ ਮਾਣ ਨਹੀਂ ਹੁੰਦਾ ਲੋਕੀ ਕਹਿੰਦੇ ਮੈਨੂੰ 10 ਲੱਖ ਬੰਦੇ ਸੁਣ ਲਿਆ ਤੇ 1 ਮਿਲੀਅਨ ਹੋ ਗਿਆ ਤੇ ਉਹ ਤੇ ਪਤਾ ਨਹੀਂ ਕਿੰਨੇ 300 ਮਿਲੀਅਨ 600 ਮਿਲੀਅਨ 646 ਮਿਲੀਅਨ ਲੋਕਾਂ ਨੇ ਸੁਣਿਆ ਮਤਲਬ 4 ਅਰਬ 3 ਅਰਬ ਦੁਨੀਆ ਦੀ ਕੁੱਲ ਆਬਾਦੀ 7 ਅਰਬ ਹੈ ਤੇ ਇੰਨੀ ਵਾਰੀ ਉਹ ਗੀਤ ਸੁਣਿਆ ਗਿਆ ਤੇ ਕੰਪੋਜੀਸ਼ਨ ਨੁਸਰਤ ਫਤਿਹ ਅਲੀ ਖਾਨ ਤੇ ਗਾਇਆ ਇੰਡੀਆ ਦੇ ਕਿਸੇ ਬੰਦੇ ਨੇ ਉਹਦਾ ਨਾਮ ਪਤਾ ਨਹੀਂ ਕੀ ਸੀ ਜੋਬਿਨ ਇਸ ਤਰ੍ਹਾਂ ਦਾ ਕੋਈ ਨਾਮ ਆ ਤੇ ਇਹ ਕੰਪੋਜੀਸ਼ਨ ਜਿਹੜੀਆਂ ਬਾਬਿਆਂ ਨੇ ਕਰ ਛੜੀਆਂ ਨੇ ਵਟਕਿਆਂ ਨੇ ਉਹਨਾਂ ਲੀਆਂ ਤੇ ਉਹਨੂੰ ਇੰਪਰੋਵਾਈਜ਼ ਕਰਦੇ ਨੇ ਨਵਾਂ ਕਰਦੇ ਨੇ ਇੱਥੇ ਤੇ ਹੈਗੇ ਤੇ ਸ਼ਾਇਰੀ ਨਵੀਂ ਹੋ ਗਈ ਬਹੁਤ ਵਧੀਆ ਲੱਗਾ ਤੇ ਇਹ ਸਾਡਾ ਜਿਹੜਾ ਬੰਦਾ ਨਾ ਜਿਹੜਾ ਸਾਡੇ ਪਿੱਛੇ ਸਿਰ ਤੇ ਸਾਡੇ ਮੁਨਕਰ ਨਕੀਰ ਵਾਂਗੂ ਸਵਾਰ ਰਿਹਾ ਸਾਡਾ ਮੁਨਕਰ ਨਕੀਰ ਵੀ ਹੈ ਨਾ ਇਹਦਾ ਤੋਕੀਰ ਹੈ ਤੇ ਸਾਡਾ ਬੜਾ ਵੀਰ ਹੈ ਤੇ ਇਹਦੀ ਇਹ ਸਾਰੀ ਮਤਲਬ ਹੈ ਜਗੀਰ ਹੈ ਜਿਹਦੇ ਵਿੱਚ ਇਹ ਸਾਡੀ ਸੁਖਨਾ ਦੀ ਸੁਰਾਂ ਦੀ ਪੂਰੀ ਤਕਦੀਰ ਜਾਗੀ ਹੋਈ ਇਹ ਕਹਿੰਦਾ ਅਥਰਾ ਇਸ਼ਕ ਨਹੀਂ ਸੌਣ ਦਿੰਦਾ ਇਹਦੇ ਉੱਤੇ ਇਹਦੀ ਅੜੀ ਹੈ ਕਹਿੰਦੇ ਬਾਕੀ ਜਿੰਨਾ ਮਰਜ਼ੀ ਹੋਵੇ ਵੀ ਸਾਡਾ ਅਥਰਾ ਇਸ਼ਕ ਜ਼ਰੂਰ ਇਹ ਇਸ ਗੱਲੋਂ ਅਥਰਾ ਹੋਇਆ ਪਿਆ ਇੱਕ ਇਹਦੀ ਇੱਕ ਫਰਮਾਇਸ਼ ਆ ਦਿਲ ਕਰੇ ਤੇ ਕਰ ਲੈਣਾ ਜਦੋਂ ਵੀ ਰੂਹ ਲੱਗੇ ਤੇ ਹੁਣ ਕੋਈ ਸੂਫੀ ਕਲਾਮ ਕੋਈ ਆਪਣੀ ਮਰਜ਼ੀ ਦਾ ਤੁਹਾਡੀ ਮਰਜ਼ੀ ਦਾ ਕੋਈ ਪੰਜਾਬੀ ਜਿਹੜਾ ਮਤਲਬ ਇਹ ਤੇ ਇੱਕ ਰੰਗ ਜਿਹੜਾ ਹੋ ਗਿਆ ਅੱਗੋਂ ਹੁਣ ਜ਼ਰਾ ਇਸ਼ਕ ਦੀਆਂ ਔਰ ਮੁਹੱਬਤ ਦੀਆਂ ਔਰ ਸੁਰਾਂ ਦੀਆਂ ਜਾਂ ਤੁਹਾਡੀ ਆਪਣੀ ਰੂਹ ਦੀਆਂ ਜੋ ਮੰਜ਼ਲਾਂ ਨੇ ਜੋ ਰੰਗਤਾਂ ਨੇ ਉਹ ਆਪਣੀ ਇਸ ਸੰਗਤ 'ਚ ਸਾਡੇ ਨਾਲ ਸਾਂਝੀ ਕਰ ਲਓ ਤੇ ਅਸੀਂ ਦੱਸ ਦਈਏ ਕਿ ਮੋਹਸਿਨ ਇਜਾਜ਼ ਖਾਨ ਸਾਹਿਬ ਸਾਡੇ ਲਾਹੌਰ ਬਾਬੇ ਮਾਧੋ ਲਾਲ ਹੁਸੈਨ ਸ਼ਾਹ ਹੁਸੈਨ ਦੇ ਇੱਕ ਗਵਾਂਢੀ ਨੇ ਗਾਜ਼ੀਆਬਾਦ ਹਾਂ ਉਹ ਨਵੇੜਾ ਹੀ ਹੋਇਆ ਬਾਬੇ ਦਾ ਇੱਥੇ ਤੱਕ ਗਾਜ਼ੀਆਬਾਦ ਹੈ ਇਹਦੀ ਕਿਹੜੀ ਗੱਲ ਤੇ ਇਹਨਾਂ ਦੀ ਬੜੀ ਮੁਹੱਬਤ ਕਿ ਇਹਨਾਂ ਨੇ ਅੱਜ ਹਾਜ਼ਰੀ ਭਰੀ ਹੈ ਸਾਡੇ ਨਾਲ ਤੇ ਹੁਣ ਅਸੀਂ ਇਹਨਾਂ ਦੀ ਮਨਮਰਜ਼ੀ ਦਾ ਪੰਜਾਬੀ ਦਾ ਰੰਗ ਜਿਹੜਾ ਸੁਣਨੇ ਮੋਹਸਿਨ ਇਜਾਜ਼ ਖਾਨ ਸਾਹਿਬ
अज दी रात सुबह सवेरे तुर जावी अटक जरा जा अज दी रात ए कुल्ली मस्त मलंगा दी अर्श बना जा अज दी मचबाल इशक दा सेकांगे मचबाल इशक दा सेकांगे वो पै एक दूजे देखांगे हाड़ा वे जानी बात रे पो हाड़ा वे जानी बात रे पो आहे हाड़ा वे जानी
ਨਾਲ ਸੱਜਣ ਦਰਿਏ ਮੁਸਤਫਾ ਨਤਰੀ ਲਾਹੌਰ ਕਰਾਚੀ ਲੈਲਪੁਰ ਪਿੰਡੀ ਤੇ ਮੁਲਤਾਨ ਤੇ ਇੰਟਰਨੈਟ ਸਟ੍ਰੀਮ ਤੇ ਸੁਣਦਾ ਪਿਆ ਇੱਕ ਜਹਾਨ ਸੁਣਦਾ ਪਿਆ ਬੜਾ ਹੀ ਸੁਰੰਗਲੇ ਕਵਾਲ ਮੋਹਸਨ ਇਜਾਜ਼ ਖਾਨ ਸਾਹਿਬ। ਮੋਹਸਨ ਇਜਾਜ਼ ਸਾਹਿਬ ਨੇ ਵੀ ਜਿਹੜਾ ਲਹਿੰਦੇ ਦਾ ਅੰਗ ਹੈ ਜਿਹੜਾ ਸਾਡਾ ਪੰਜਾਬੀ ਦਾ ਬੜਾ ਗੂੜਾ ਰੰਗ ਹੈ ਉਹ ਜਾਨੀ ਰਾਤ ਰਹਿ ਪੋ ਸਾਂਗਾ ਖੁਦਾਈਏ ਜਿਵੇਂ ਇਹ ਵੀ ਇੱਕ ਗੀਤ ਗਾਉਣ ਪੱਟੀ ਸਾਹਿਬ ਦਾ ਮੈਂ ਸੁਣਿਆ ਸੀ ਕਿਸ ਜ਼ਮਾਨੇ 'ਚ ਮੈਨੂੰ ਯਾਦ ਹੈ ਕਿਉਂਕਿ ਗਾਉਣ ਇੱਥੋਂ ਅਸੀਂ ਚਲਾਉਂਦੇ ਰਹਿੰਦੇ ਹਾਂ ਨਾ। ਇਹ ਰੇਡੂਆ ਜਿਹੜਾ ਨਾ ਇਹਦੇ 'ਚ 16 ਸਾਲਾਂ ਤੋਂ ਗਾਉਣ ਹੀ ਚਲਾਏ ਨੇ ਤੇ ਇੱਕ ਦਿਨ ਮੈਂ ਹਿਸਾਬ ਕੀਤਾ ਕੋਈ 3 ਲੱਖ ਚਲਾ ਚੁੱਕੇ ਹਾਂ ਤੇ ਇੰਜ ਨਾ ਫਿਰ ਉਹ ਗਾਣਾ ਗੁਣਾ ਬਚਦਾ ਬੁਝਦਾ ਘੱਟ ਹੀ ਹੈ ਕੋਈ ਜਿਹੜਾ ਲੰਘਿਆ ਨਾ ਹੋਵੇ ਤੇ ਇਹ ਲੇਕਿਨ ਇਹ ਵੀ ਕਿ ਜਿਸ ਰੰਗ ਜਿਸ ਤਰ੍ਹਾਂ ਜਿਸ ਰਚਾਓ ਔਰ ਫੀਲ ਇਹਦੇ ਵਿੱਚ ਕਵਾਲੀ ਨਾਲ ਪੈਦਾ ਹੋਈ ਹੈ ਇਹ ਸ਼ਾਇਦ ਗਾਉਣ ਵਾਲੇ ਰੰਗ 'ਚ ਇੰਨਾ ਨਹੀਂ ਸੀ ਜਿਹੜਾ ਗੀਤ ਬਣਿਆ ਨਾ ਤੇ ਕਮਾਲ ਹੈ ਔਰ ਬੜਾ ਦਿਲ ਰਾਜ਼ੀ ਹੋ ਗਿਆ ਅੱਜ। ਅੱਛਾ ਕਵਾਲੀ ਗਾਵਣ ਦੀ ਜਿਹੜੀ ਰੀਤ ਹੈ ਮੇਰਾ ਦਿਲ ਹੈ ਕਿ ਚਲੋ ਮਾੜੀ ਜੀ ਗੱਲ ਵੀ ਕਰ ਲਈਏ ਉਹਦੇ ਵਿੱਚ ਇਹ ਵੇ ਕਿ ਲੋਕਾਂ ਦੀ ਵੀ ਕੈਫੀਅਤ ਬਣਦੀ ਹੈ ਸੁਣਨ ਵਾਲੇ ਜ਼ਾਹਿਰ ਹੈ ਜਿਸ ਰੰਗ ਦੇ ਲੋਕ ਸੁਣਦੇ ਨੇ ਬਹੁਤਾ ਕਿਧਰੇ ਪੀਰੀ ਫਕੀਰੀ ਨਾਲ ਜੁੜੇ ਨੇ ਕਿਧਰੇ ਕੋਈ ਰੱਬੀ ਲੋ ਜਾਗੀ ਹੈ ਤੁਹਾਡੀ ਕੀ ਕੈਫੀਅਤ ਹੁੰਦੀ ਹੈ ਔਰ ਤੁਹਾਡੇ ਅੰਦਰ ਕਿਵੇਂ ਧੂਣੀ ਧੁਖਦੀ ਹੈ ਕਿਵੇਂ ਦੀਆਂ ਹਾਲਤਾਂ 'ਚ ਲੰਘਦੇ ਹੋ ਜਿਸ ਵੇਲੇ ਕਵਾਲੀ ਕਰ ਰਹੇ ਹੁੰਦੇ ਹੋ ਤੇ ਉਸ ਵੇਲੇ ਤੁਹਾਡੇ ਅੰਦਰ ਕੀ ਚੱਲ ਰਿਹਾ ਹੁੰਦਾ ਹੈ? हाँ जी ये असल जेड़ा सिस्टम है कवाली का ये हजरत अमीर खुसरो की ईजाद है ये उन्होंने ईजाद है कवाली ते जिस वेले साडे ते अपना असी ये लोग जेड़े कवाली दे फनकार ने जेड़े साडे मतलब बहुत बहुत बड़ा नाम होया जदों तक दान दईए लखां जगरातियां दा ते फिर जाके एक फनकार बनदा ठीक है जी। जिस वेले असी ये अपना कवाली पेश करने उस वेले सानू खुद नहीं पता हुंदा कि कौन करवा रहा है की करवा रहा है और किस लौ ना असी कर रहे हैं ये खुद फकीर जानता है खुद फकीर दी मर्जी है वो इस गाने च अपना गुदाज सोजो गुदाज पैदा कर दे रूहां च शनासी पैदा कर दे। अच्छा ये अल्लाह पाक ने एक फकीर नू ताकत दिती है। ਇਹਦਾ ਮਤਲਬ ਵੱਖੋ ਵੱਖ ਕੈਫੀਅਤਾਂ ਹੁੰਦੀਆਂ ਨੇ ਕਿ ਜਿਸ ਤਰ੍ਹਾਂ ਅਗਰ ਸੁਣਨ ਵਾਲਿਆਂ ਦਾ ਉਹ ਰਿਸਪੌਂਸ ਨਹੀਂ ਹੈ ਤੇ ਫਿਰ ਤੁਹਾਡਾ ਵੀ ਰੂਹ ਬਾਜ਼ ਵਾਰੀ ਨਹੀਂ ਲੱਗਦਾ ਨਾ ਬਿਲਕੁਲ ਐਸੇ ਤੇ ਇਹਦੇ ਵਿੱਚ ਇਹ ਵੀ ਕਿ ਤੁਹਾਡੇ ਨਾਲ ਵੀ ਉਹ ਕੈਫੀਅਤਾਂ ਬਣਦੀਆਂ ਨੇ ਜੀ ਜੀ ਬਣਦੀਆਂ ਜੋ ਫਕੀਰੀ 'ਚ ਹੁੰਦੀਆਂ ਨੇ। ਹਾਂ ਜੀ ਬਹੁਤ ਅੱਛੀ ਪਤਾ ਨਹੀਂ ਨਾ ਚੱਲਦਾ ਕਿਆ ਕਹਿਨੇ ਤੇ ਮਿੱਤਰੋ ਅਸੀਂ ਤੁਹਾਨੂੰ ਨਾ ਇੱਕ ਇਹਨਾਂ ਦੀ ਕਵਾਲੀ ਹੈ ਨੀ ਮੈਂ ਜਾਣਾ ਜੋਗੀ ਦੇ ਨਾਲ ਇੱਕ ਮਹਿਫਲ ਦੇ ਅੰਦਰ ਇਹਨਾਂ ਨੇ ਗਾਈ ਹੈ ਤੇ ਅਸੀਂ ਥੋੜਾ ਜਿਹਾ ਕਿਉਂਕਿ ਵਿੱਚ ਚਾਹ ਦਾ ਵਕਫਾ ਕਰਦੇ ਆ ਤੇ ਇਹ ਰੰਗ ਤੁਹਾਨੂੰ ਸੁਣਾਉਂਦੇ ਆ ਤੇ ਫਿਰ ਅਸੀਂ ਆਉਂਦੇ ਆ ਤੇ ਤੁਸੀਂ ਸਾਡੇ ਨਾਲ ਰਹਿਣਾ। ਇਹ ਵੀ ਇੱਕ ਮਹਿਫਲ ਦੇ ਵਿੱਚ ਇਹਦੀ ਕੁਆਲਿਟੀ ਦੇ ਉੱਤੇ ਨਾ ਜਾਣਾ ਲੇਕਿਨ ਜਿਸ ਰੰਗ ਦਾ ਇਹ ਹੈ ਵੇ ਇਹਨੂੰ ਇਵੇਂ ਕਬੂਲ ਕਰੋ ਤਾਂ ਜੇ ਸਾਡਾ ਜਰਾ ਅੰਦਰ ਹੋਰ ਨਿੱਘ ਬਣ ਜਾਏ ਜਰਾ ਅਸੀਂ ਆਉਣ ਵਾਲੇ ਰੰਗਾਂ ਵਾਸਤੇ ਅਗਲੀਆਂ ਕਵਾਲੀਆਂ ਵਾਸਤੇ ਜਰਾ ਹੋਰ ਨਿੱਘੇ ਹੋ ਜਾਈਏ ਤੇ ਤੁਸੀਂ ਇਸ ਰੰਗ ਦੇ ਨਾਲ ਮਹਿਸੂਸ ਹੋਵੋ ਸਵਾਦ ਲਓ। ਮੈਂ ਜਾਣਾ ਜੋਗੀ ਦੇ ਨਾਲ ਮੋਹਸਨ ਇਜਾਜ਼ ਕਵਾਲ ਦੀ ਆਵਾਜ਼ वो
अपने आप पढ़िया ही नहीं जा जा वड़दा वो मंदिर मुसीता कदी मन अपने विच वड़िया ही नहीं रोज शैतान नाल लड़दा कदी नफ्स अपने नाल लड़िया ही नहीं बुल्ले शाह आसमानी उड़दियां फड़दा जेड़ा घर बैठा ओनू फड़िया ही नहीं शाह आसमानी उड़दियां फड़ना जेड़ा घर बैठा ओनू फड़िया ही राजा चाक ना आखियो कुड़ियो नी इनू चाक कहंदी शर्मा राजा चाक ना आखो कुड़ियो नी मैं चाक कहंदी शर्मावा मैं जनिया लखा हीरा इसनू ते मैं किस गिनती विच आवां तख्त हज़ारे दा ए मालिक ते मैं हीर से याद सदा बुल्ले शाह रब कूक सुने तां मैं चाक दी चाक हो जावां रब कूक सुने
ਦੌਰ ਦਾ ਗਾਣਾ ਹੈ ਤੇ ਤੁਸੀਂ ਆਪਣੇ ਕਵਾਲੀਆਂ ਨੂੰ ਕੁਝ ਜੋ ਖੁਦ ਵੀ ਕੰਪੋਜ਼ ਕਰਦੇ ਹੋ, ਬਣਾਉਂਦੇ ਹੋ, ਕਲਾਮ ਵੀ ਉਹਦਾ ਵੀ ਚੁਣਾਵ ਕਰਦੇ ਹੋ ਤੇ ਉਹਦੇ ਉਹ ਚੀਜ਼ਾਂ ਨੂੰ ਤੁਸੀਂ ਆਪਣੇ ਕੁਝ ਰਿਕਾਰਡਿੰਗ 'ਚ ਵੀ ਲੈ ਕੇ ਆ ਰਹੇ ਹੋ, ਉਹਦਾ ਕੀ ਪਲਾਨ ਹੈ ਤੁਹਾਡਾ? जी इंशाल्लाह जल्दी रिकॉर्ड कर रहे हैं, कुछ पंजाबी कलाम ने, कुछ उर्दू कलाम ने, तो ज़रूरी रिकॉर्ड करेंगे इंशाल्लाह। थोड़े जे मुल्की हालात भी पेशे नज़र ने साडे ते जिस तरह ही ठीक होंगे ने इंशाल्लाह। अजकल ते कोरोना दा जी जी वार चलिया होया है, हाँ जी, ते कम या महफिल घट ही होनी है, ना होने के बराबर। जी जी बिल्कुल, लेकिन निजी महफिल तो हो ही सकती ने, हो जांदियां ने, बिल्कुल हो जाती, क्योंकि अगर ये भी ना होन तो फिर तो समझ लो मुँह पे पे फिर तो अगे गल कोई नहीं रही। ते बहरहाल साडी आस है कि भी ये इस बला तो, इस वबा तो जो साडे सिर मड़ी गई है, लगता तो इंज ही है ना, हाँ जी, ते दुनिया सारी फड़ी गई है। एवं कीता भी कुछ नहीं, तो एवं वही कह देने कि भी फड़े गए। ते हाय हाय की एक लतीफा जिहा याद आ गया, लैलपुरियां साडे कोल रह नहीं हुंदा, कोई 4 सरदार 5 जने ना बगैर टिकट तो सफर करन डे ने, ते स्टेशन पे उतर गए ने, ते उतर के ना 4 जने लंघ गए ने, ते एक नूं आखिरी नूं टीटी ने रोक लिया भी टिकट, तो उन्हें अपना हिसाब करने की बजाय ना दूजे जेडे लंघ गए उन्होंने आवाज मार ली, कहता आ जाओ सरदारो आप फड़े गए भी तू अपना टिकट का जुर्माना दे। ये सारे ही फड़े गए ने, जिन्होंने नहीं भी उन्होंने वैक्सीन हो रही है, उन्होंने भी अगले कहा कि तुसी करा लो, चंगी हुंदी। अच्छा खैर, ते एक तो चलो फकीरी है, मजहबी रंग होंदा है, सूफी रंग होंदा है, ते अजोके गाने भी आ जाते ने, इश्क वाले भी, मुहब्बत वाले भी। हुण तो फिल्मां च भी कवालियां आईयां ने, बल्कि कवाली अजकल ईवन वो लोग जिन्हां दा ये डोमेन नहीं है, जिन्हां दा ये पेड़ मैदान नहीं है, जिन्हां दा ये जोनरा नहीं है गावन दा, वो भी कवालियां गा रहे ने, क्योंकि कवाली दा अजकल एक छड्डा वज गया है, ठीक है ना। वो उन्हां दियां तर्जां नूं, पुराणियां कवालियां नूं गाउण दी और किस तरह दे अरेंजमेंट, नवे अरेंजमेंट दे नाल इस चीज नूं तुसीं वेख रहे हो कि इहदे नाल कवाली दी रूह खराब हुंदी है जी, या तुसीं की महसूस करदे हो एज ए कवाल? जी एज ए कवाल अगर असीं गल करिए ते ਇਹਦੇ ਨਾਲ ਜਿਹੜੇ ਕਵਾਲੀਆਂ ਦੇ ਗਾਣੇ ਬਣ ਰਹੇ ਬਹੁਤ ਜ਼ਿਆਦਾ ਫਰਕ ਪੈ ਰਿਹਾ ਹੈ। ਹਾਲਾਂਕਿ ਕਵਾਲੀ ਨੂੰ ਹੁਣ ਇਸ ਵੇਲੇ ਆ ਕੇ, ਇਸ ਮੁਆਸ਼ਰੇ ਆ ਕੇ, ਤੇ ਕਵਾਲੀ ਦਾ ਆਪਣਾ ਇੱਕ ਟ੍ਰੈਂਡ ਚੱਲ ਗਿਆ। ਹਾਂਜੀ ਬਿਲਕੁਲ, ਅੱਜ ਦੇ ਜ਼ਮਾਨੇ ਦਾ ਔਰ ਕਵਾਲੀ ਨੂੰ ਉਰੂਜ ਇਸ ਦੌਰ 'ਚ ਮਿਲਿਆ, ਇਸ ਗੱਲ ਦੀ ਸਾਨੂੰ ਖੁਸ਼ੀ ਹੈ। ਸਹੀ, ਲੇਕਿਨ ਇਹਦੇ 'ਚ ਜਿਹੜਾ ਲੋਕ ਕਰਦੇ ਆ, ਮਿਸਾਲ ਤੌਰ ਤੁਸੀਂ ਲਾ ਲਓ ਗਾਣੇ ਹੋ ਗਏ ਜਾਂ ਨਵੇਂ ਅਰੇਂਜਮੈਂਟ ਹੋ ਗਏ, ਔਰ ਉਹ ਕਵਾਲੀ ਦਾ ਬਹੁਤ ਨੁਕਸਾਨ ਹੋ ਰਿਹਾ। ਟ੍ਰੈਡੀਸ਼ਨਲ ਕਵਾਲੀ ਦਾ ਔਰ ਉਹਦੀ ਜਿਹੜੀ ਰੂਹ ਅਸਲ ਹੈ, ਜੀ ਉਹਦੀ ਜਿਹੜੀ ਅਸਲ ਰੂਹ ਹੈ, ਫੀਲਿੰਗ ਹੈ, ਉਹ ਫੀਲਿੰਗ ਨਹੀਂ ਆ ਰਹੀ। ਬਿਲਕੁਲ ਸਹੀ, ਬਿਲਕੁਲ ਸਹੀ। ਲਓ ਜੀ, ਸਾਡੇ ਮਿੱਤਰ ਨੇ ਤੌਕੀਰ, ਜਿਹੜੇ ਸਾਨੂੰ ਬਾਹਰ ਦੁਨੀਆ ਤੱਕ ਪਹੁੰਚਾ ਰਹੇ ਨੇ, ਉਹਨਾਂ ਨੂੰ ਨੀਂਦ ਨਹੀਂ ਆਉਣੀ, ਅਸਲ 'ਚ ਉਹਨਾਂ ਨੂੰ ਇਸ਼ਕ ਪਿਆ ਹੈ, ਤੇ ਉਹ ਬੇਸ਼ੱਕ ਅੰਤਰਾ ਸਥਾਈ ਹੋ ਜਾਏ ਜੀ, ਠੀਕ, ਕਿਉਂਕਿ ਉਸ ਤੋਂ ਹੋ ਸਕਦਾ ਫਿਰ ਉਸ ਤੋਂ ਬਾਅਦ ਉਹਨੂੰ ਸਕੂਨ ਹੋ ਜਾਏ, ਠੀਕ ਹੈ ਨਾ। ਤੇ ਉਹ ਅਥਰਾ ਇਸ਼ਕ ਦਾ ਨਹੀਂ ਸੌਣ ਦਿੰਦਾ, ਸਾਰੀ ਰਾਤ ਜਗਾਈ ਰੱਖਦਾ। ਇਹ ਰੰਗ ਦਾ ਸਾਂਝਾ ਕਰਦੇ ਹੋ ਸਾਡੇ ਨਾਲ, ਬੜੀ ਮੁਹੱਬਤ। ਮਿੱਤਰੋ, ਮੋਹਸਿਨ ਇਜਾਜ਼ ਖਾਨ ਕਵਾਲ ਸਾਡੇ ਨਾਲ ਨੇ ਮਸਤਕ ਮੁਬੰਨਤਰੀ ਦੇ ਸਟੂਡੀਓ 'ਚ, ਲਾਹੌਰ ਸਟੂਡੀਓ 'ਚ ਅਸੀਂ ਤੁਹਾਡੇ ਤੱਕ ਪਹੁੰਚ ਰਹੇ ਹਾਂ। ਕਰਾਚੀ, ਮੁਲਤਾਨ, ਫੈਸਲਾਬਾਦ, ਪਿੰਡੀ ਸਟੇਸ਼ਨ ਤੋਂ ਸਾਨੂੰ ਸੁਣਦੇ ਹੋ, ਇੰਟਰਨੈਟ ਸਟ੍ਰੀਮ ਤੇ ਸੁਣਦੇ ਹੋ, ਤੇ ਤੁਹਾਡਾ ਸੋਹਣਾ ਅਹਿਸਾਸ, ਪਿਆਰ, ਤੁਹਾਡਾ ਫੀਡਬੈਕ ਸਾਡੇ ਨਾਲ ਰਹੇਗਾ। ਤੇ ਅਸੀਂ ਸੁਣ ਰਹੇ ਹਾਂ ਮਤਲਬ ਫਕੀਰੀ ਰੰਗ ਦਾ ਜੋ ਗਾਉਣ ਹੈ ਉਹ ਕਵਾਲੀ ਹੈ, ਤੇ ਉਸ ਕਵਾਲੀ ਦੇ ਵਿੱਚ ਇਸ ਵੇਲੇ ਸਾਡੇ ਨਾਲ ਕਵਾਲ ਮੋਹਸਿਨ ਇਜਾਜ਼ ਖਾਨ ਜੀ ਜੁੜੇ ਹੋਏ ਜੀ।
इश्क ने मेरी दनाई लुट लई इश्क लुटदा वलियां पैगंबरां नू कई बादशाहां दी बादशाही लुट लई अजे ते तेरा कुछ नहीं लुटिया भुलिया इस इश्क खुदा दी खुदाई लुट लई ए अथरा इश्क नहीं सौन देना सारी रात जगाई रखदा सारी रात जगाई रखदा अथरा इश्क नहीं सौन देना सारी रात जगाई रखदा बुल्ले नू समझावण आईयां भैणां ते परजाइयां ओ बुल्ले नू समझावण आईयां भैणां ते परजाइयां ओ मन ले बुलिया साडी कहनी तू क्यों लीकां लाइयां लोकी सानू सैयद कहंदे तेरी संगत अराइयां ओ मन ले बुलिया साडी कहनी असी हां नबी दियां जाइयां बुल्ला शाह साहब कहंदे ने तुसी उच्च शरीफ चों उच्चे हो तुसी हसबों नसबों सुच्चे हो मैं विच कसूरी हां ये बाग है शाह अनायत दा बुला अदना जई रसूड़ीए जदों इश्क दा रगड़ा लग जांदा जदों इश्क दा रगड़ा लग जांदा सैयद भी अलाई हो जांदा ये तेरा इश्क देंदा सारी रात जगाई रखदा उथे ऐब नजर नहीं आउंदे उथे ऐब नजर नहीं आउंदे जिथे इश्क होवे जिथे प्यार उथे ऐब नजर नहीं आउंदे जिथे इश्क होवे जिथे प्यार उथे ऐब नजर नहीं आउंदे जिथे इश्क होवे जिथे प्यार उस गली दे जर्रे भी दूर लगदे ओ जिस गली विच वसदा यार ए अथरा इश्क नहीं सौन देना जगाई रखदा ओ सानू नचणों मना ना करे कोई असा सिखिया करना प्यार नच के तुरों इश्क दे रस्म रिवाज ए हो सदा आशिक मनाम दे यार नच के सदा आशिक मनाम दे यार नच के की होया जे बुल्ला शाह नचया मजनू लैला दा पाया दीदार नच के अथरा इश्क नहीं सौन देंदा सारी रात जगाई रखदा अथरा इश्क नहीं सौन देंदा सारी रात जगाई रखदा मजनू से किसी ने पूछी फजीलत कुरान की कहने लगा दो प्यार के मारों का जिक्र है यूं ही किसी ने जा कहा ऐ मजनू तुझे अल्लाह बुलाता है तो मजनू जोश व वहशत में अजब किस्सा सुनाता है कहता है अरे नादा भला ये कैस खुदा के पास क्यों जाए खुदा को कर जरूरत है तो लैला बन के आ जाए इश्क नहीं सौन देना सारी रात जगाई रखदा इश्क नहीं सौन देना सारी रात जगाई रखदा इस इश्क दी रीत सारे जग तो जुदा ना इरा देखदा ना खुरा देखदा इश्क लई महल ते कुल्ली एक सार है ना ऐशा देखदा ना गदा देखदा होवे हैदर दा घर या मुहम्मद दा घर
ਮਹਿਸ਼ਰ ਤੱਕ ਸੂਲੀ ਤੇ ਚੜਾਈ ਰੱਖਦਾ ਏ ਮੈਨੂੰ ਲੱਗ ਜਾਣਾ ਉਹਨੂੰ ਮਹਿਸ਼ਰ ਤੱਕ ਵਾਦੀਏ ਨਜਦ ਸੇ फिर कर जो हवा आती है आज तक कैसे रोने की सदा आती है जिन्हों लग जाता उन्हों कदी जंगल विच कदी गारा विच कदी मिस्र दे बाजारा विच करबल दे महशर खारा विच सज्जन अजमाई रखदा है करबल दे महशर खारा विच सज्जन अजमाई रखदा है ए अथरा इश्क ने सौण देंदा सारी रात जगाई रखदा जी वाह, क्या कहने ये अथरा इश्क नहीं सौण देंदा सारी रात जगाई रखदा है। हाय 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 इकबाल फरीदी वालों ते खालक फरीदी ये भी फरीदी है ये फरीदियां दा एक पूरा एक कह लो कि लश्कर आया साडे कोल ते उन्हां वल्लों ये नजर उधरों भी 1000 रुपये तो उधरों भी 1000 रुपये जिवें आवाज नहीं होती सी नहीं चंद चली नहीं है ये भी एक वेल दी एक आवाज आउंदी है ते ओ शायरी दे विच भी बिस्मिल्लाह जी ते उन्हां दे प्यार करन वाले ने और उन्हां दे ये दसदी है कि इकबाल फरीदी साहब और साबर और अपना सुबहान ते भट्टी साहब ते अपने खालक साहब उन्हां दा नाम भुल गया शाह साहब ते उत्थे किथे बैठे ने सैप्रस च साडे मित्र प्यारे सानू सुनदे पए ने उन्हां वल्लों मुहब्बतां भी पहुंचियां ने ते अच्छा क्योंकि ये सब रंग जिहड़ा जुड़िया सानू मोहसिन एजाज कवाल दी गायकी दा ਉਹ ਸਾਨੂੰ ਇਹਨਾਂ ਮਿੱਤਰਾਂ ਦੇ ਵਸੀਲੇ ਦੇ ਨਾਲ ਹੀ ਮੁਲਾਕਾਤ ਹੋਈ ਹੈ ਤੇ ਇਹਨਾਂ ਰਾਹੀਂ ਇਹ ਸਾਡੇ ਤੱਕ ਪਹੁੰਚੇ ਨੇ ਤੇ ਹੁਣ ਸਾਡੇ ਮਨ 'ਚ ਹੈ ਕਿ ਇਹ ਰੰਗ ਇਹ ਆਵਾਜ਼ ਸਾਰੀ ਦੁਨੀਆ ਤੱਕ ਪਹੁੰਚੇ ਤੇ ਅਸੀਂ ਸਾਡੀ ਆਪਣੀ ਮੁਹੱਬਤ ਔਰ ਸਾਡਾ ਸਾਂਝ ਹੁੰਗਾਰਾ ਜਿਹੜਾ ਉਹ ਹੁਣ ਅਨਕੰਡੀਸ਼ਨਲੀ ਇਹਨਾਂ ਦੇ ਨਾਲ ਹੈ ਮੋਹਸਿਨ एजाज कवाल ਹੋਰਾਂ ਦੇ ਨਾਲ ਤੇ ਇਹਨਾਂ ਨਾਲ ਕੁਝ ਚੀਜ਼ਾਂ ਸਾਂਝੀਆਂ ਵੀ ਕਰਦੇ ਹਾਂ ਬਾਅਦ 'ਚ ਕਿ ਕਿਵੇਂ ਅਸੀਂ ਅੱਗੇ ਵਿਉਂਤ ਬਣਾ ਕੇ ਤੇ ਫਿਊਚਰ 'ਚ ਕਿਸ ਤਰ੍ਹਾਂ ਖਲਕਤ ਤੱਕ ਪਹੁੰਚਣਾ ਹੈ ਆਪਣੀ ਗਾਇਕੀ ਨੂੰ ਕਵਾਲੀ ਨੂੰ ਲੈ ਕੇ ਤੇ ਅੱਛਾ ਮੇਰਾ ਗੱਲ ਦਿਲ ਕਰਦਾ ਹੈ ਕਿ ਥੋੜੀ ਜੀ ਗੱਲ ਕਰ ਲਈਏ ਕਿ ਜਿਵੇਂ ਹੁਣੇ ਅਸੀਂ ਸੁਣਿਆ ਇਹਦੇ ਵਿੱਚ ਚਲੋ ਅੱਜ ਤਾਂ ਸ਼ਾਇਦ ਤੁਹਾਡੇ ਨਾਲ ਪਿੱਛੇ ਉਹ ਜਿਹੜਾ ਇਹਨੂੰ ਕੀ ਜਿਹੜੇ ਪਿੱਛੇ ਆਵਾਜ਼ ਆਵਾਜ਼ ਦੱਸਣ ਵਾਲੇ ਨੂੰ ਪ੍ਰੋਮੋਟ ਕਹਿੰਦੇ ਨੇ ਪੰਜਾਬੀ 'ਚ ਕਹਿੰਦੇ ਨੇ ਇਹ ਤਾਂ ਪ੍ਰੋਮੋਟ ਹੋ ਗਿਆ ਬੋਲ ਦੱਸਣ ਵਾਲਾ ਅੱਛਾ ਕੋਈ ਬੁਲਾਰਾ ਹੀ ਕਹਿ ਲਓ ਹੈ ਜੀ ਪਿੱਛੇ ਦਾ ਬੁਲਾਰਾ ਜਿਹੜਾ ਉਹ ਅੱਜ ਕੋਈ ਥੋੜਾ ਲੱਗਦਾ ਕਿਧਰੇ ਆਪਣੇ ਪੂਰੇ ਸਮਾਨ ਦੇ ਨਾਲ ਨਹੀਂ ਸੀ ਠੀਕ ਹੈ ਤੇ ਇਹ ਸਾਰੇ ਕਵਾਲਾਂ ਦੇ ਪਿੱਛੇ ਲੋਕ ਇਹ ਸਮਝ ਰਹੇ ਹੁੰਦੇ ਨੇ ਕਿ ਕਵਾਲ ਇੰਨਾ ਯਾਦ ਹੈ ਇੰਨੇ ਸ਼ੇਰ ਉਤਰ ਰਹੇ ਨੇ ਸਿਚੁਏਸ਼ਨ ਤੇ ਆ ਰਹੇ ਹੁੰਦੇ ਨੇ ਬਾਅਦ ਵਾਰੀ ਜੋ ਕੈਫੀਅਤ ਬਣ ਗਈ ਹੁੰਦੀ ਹੈ ਤੇ ਉਹਦੇ ਉੱਤੇ ਤੁਸੀਂ ਇਹ ਪਿੱਛੇ ਦੱਸਣ ਵਾਲੇ ਹਰ ਕਵਾਲ ਦੀ ਕੁਝ ਕਵਾਲ ਜਿਹੜੇ ਨੇ ਉਹ ਅੱਗੇ ਕਿਤਾਬਾਂ ਵੀ ਰੱਖਦੇ ਨੇ ਹਾਂਜੀ ਠੀਕ ਹੈ ਤੇ ਅਲਹਮਦੁਲਿਲਾ ਮਾਲਕ ਦਾ ਕਰਮ ਹੈ ਇਹ ਅੱਲਾਹ ਪਾਕ ਦੀ ਖਾਸ ਮਿਹਰਬਾਨੀ ਹੈ ਇਹ ਬਜ਼ੁਰਗਾਂ ਦੀ ਖਾਸ ਮਿਹਰਬਾਨੀ ਫਕੀਰੀ ਲਾਈਨ ਜਿਹੜੀ ਇਹ ਫਕੀਰ ਦੀ ਮਿਹਰਬਾਨੀ ਹੈ ਕਿ ਅੱਜ ਤੱਕ ਪਹਿਲੇ ਜਿਹੜਾ ਯਾਦ ਕੀਤਾ ਉਹ ਕੀਤਾ ਅੱਜ ਤੱਕ ਮੈਂ ਕਿਤਾਬ ਦੀ ਜ਼ਰੂਰਤ ਨਹੀਂ ਪਈ ਮੈਨੂੰ ਹਾਂਜੀ ਮੈਨੂੰ ਸਮਝ ਦੇਖ ਕੇ ਕਿ ਇੱਕ ਜਿਹੜੀ ਮੈਨੂੰ ਘਾਟ ਲੱਗਦੀ ਹੈ ਜੀ 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 ਉਹ ਇਹ ਵੇ ਕਿ ਬੁੱਲੇ ਦਾ ਕਲਾਮ ਮੈਂ ਜਿਵੇਂ ਸ਼ੁਰੂ ਜੇ ਤੁਹਾਨੂੰ ਤੁਸੀਂ ਇੱਕ ਦੱਸਿਆ ਮੈਂ ਲੜੀ ਚ ਕਿੰਨੇ ਬਾਬੇ ਗਣਾ ਜਿਹੜੇ ਹਾਂਜੀ ਹਾਂਜੀ ਹੈ ਨਾ ਤੇ ਇਹਨਾਂ ਬਾਬਿਆਂ ਨੂੰ ਮੈਂ ਥੋੜਾ ਪੜਨ ਜੀ ਕੀਤੀ ਹੈ ਖੇਚਲਣਾ ਥੋੜਾ ਜਿੰਨਾ ਵੀ ਮੈਨੂੰ ਮਿਲ ਸਕਿਆ ਠੀਕ ਤੇ ਉਹਦੇ ਵਿੱਚ ਮੈਂ ਬੜੇ ਮੁਸਤਨਦ ਨੁਸਖੇ ਜਿਹੜੇ ਪਰਖ ਪਰਚੋਰ ਤੋਂ ਬਾਅਦ ਚੰਗੀ ਸੋਧੀ ਤੋਂ ਬਾਅਦ ਉਹਨਾਂ ਦੇ ਹੋਰ ਜਿਹੜੇ ਮੁਕਾਬਲੇ ਕਰਾ ਕੇ ਕਿ ਕਿੱਥੇ ਕਿੱਥੇ ਕਿਹੜੇ ਨੁਸਖੇ 'ਚ ਕੀ ਲਿਖਿਆ ਅਗਰ ਬੁੱਲੇ ਸ਼ਾਹ ਦੇ ਕਲਾਮ ਦੇ 4 ਨੇ ਤੇ 5 ਨੇ ਉਸ ਤੋਂ ਪਹਿਲੇ ਹੱਥ ਲਿਖਤਾਂ ਸਨ
ਤੇ ਉਸ ਤੋਂ ਬਾਅਦ ਜਿਹੜਾ ਫਾਈਨਲ ਮੁਸਵਦਾ ਹੁੰਦਾ ਤੇ ਉਹਦੇ ਵਿੱਚ ਫਿਰ ਪਤਾ ਲੱਗਦਾ ਕਿ ਇਹ ਬੁੱਲੇ ਸ਼ਾਹ ਦਾ ਹਾਂਜੀ। ਅਥੈਂਟਿਕ ਮੁਸਤਨਦ ਕਲਾਮ ਹੈ। ਜੀ ਜੀ ਜਿਹੜਾ ਤੁਸੀਂ ਗਾਇਆ ਉਹ ਮੁਸਤਨਦ ਕਲਾਮ ਨਹੀਂ ਸੀ, ਠੀਕ ਹੈ ਨਾ। ਜਿਹੜਾ ਅਸੀਂ ਪਾ ਦਿੰਦੇ ਆ ਵਿੱਚ ਆਖਰ ਦੇ ਜੀ, ਕਵਾਲਾ, ਮੈਂ- ਇੱਥੇ ਨਵੇਂ ਲੋਕਾਂ ਨੇ ਸ਼ਾਇਰਾਂ ਨੇ ਕਵਾਲੀ ਕੀਤੀ ਹੈ। ਜਿਵੇਂ ਇਹਦੇ ਚ ਕੋਈ ਐਸੀ ਗੱਲ ਨਹੀਂ, ਮੈਂ ਉਹਦੇ ਮਤਲਬ ਵਾਰਿਸ ਸ਼ਾਹ ਦੀ ਹੀਰ ਲੈ ਲਓ, ਵਾਰਿਸ ਸ਼ਾਹ ਦੇ ਆਪਣੇ ਤੋਂ ਕੋਈ ਚਲੋ 4-5 ਸ਼ੇਰ ਨੇ, ਜੀ ਜੀ ਤੇ 12,000 ਸ਼ੇਰਾਂ ਦੀ ਵੀ ਹੀਰ ਲੱਭ ਜਾਂਦੀ। ਹਾਂਜੀ ਅਸਲੀ ਹੀਰ, ਅਸਲੀ ਤੇ ਵੱਡੀ ਹੀਰ ਤੇ ਬਾਅਦ ਤਸਵੀਰ ਉਹ ਪਿੱਛੋਂ ਹਾਫਿਜ਼ ਸਾਹਿਬ ਇੱਕ ਟੱਕਰੇ, ਉਹਨਾਂ ਨੇ ਵੀ ਵਿੱਚ ਆਖਰ ਦੇ ਵਾਰਿਸ ਦਾ ਨਾਂ ਹੀ ਪਾਇਆ ਹੈ, ਹਾਂਜੀ। ਲਿਖੀ ਉਹਨਾਂ ਨੇ ਆਪ ਹੈ। ਪੀਰਾਂ ਦਾ ਤਰਗੜ ਇੱਥੇ ਗੁਜਰਾਂ ਵਾਲੇ ਦਾ ਦਰਜੀ ਸੀ ਤੇ ਬੜਾ ਸੋਹਣਾ ਸ਼ਾਇਰ ਸੀ, ਤੇ ਇੱਥੇ ਦੇ ਜਿਹੜੇ ਪਬਲਿਸ਼ਰ ਸੀ ਨਾ ਕਿਤਾਬਾਂ ਛਾਪਣ ਵਾਲੇ, ਕਿਉਂਕਿ ਉਹ ਹਰ ਪਿੰਡ ਹਰ ਥਾਂ ਜਿਵੇਂ ਕਵਾਲੀ ਪੇੜ 'ਚ ਜਾਂਦੀ, ਹੀਰ ਵੀ ਪੜ੍ਹੀ ਜਾਂਦੀ ਸੀ, ਤੇ ਉਹ ਆਪਣਾ ਉਹਦੇ ਵਿੱਚ ਭਰਤੀ ਅਸੀਂ ਕਹਿੰਦੇ ਇਲਹਾਕ ਮੁਲਹਿਕਾ ਜੀ ਜੀ ਸ਼ੇਰ, ਇਲਹਾਕੀ ਸ਼ਾਇਰੀ ਜਿਹੜੀ ਕਿਸੇ ਹੋਰ ਸ਼ਾਇਰ ਦੀ ਹੈ ਲੇਕਿਨ ਬੁੱਲੇ ਸ਼ਾਹ ਦੇ ਜਾਂ ਵਾਰਿਸ ਸ਼ਾਹ ਦੇ ਜਾਂ ਖਾਤੇ 'ਚ ਪਾ ਦਿੱਤੀ। ਕਿ ਸੋਸ਼ਲ ਮੀਡੀਆ ਤੇ ਵੀ ਇਸ ਤਰ੍ਹਾਂ ਬੁੱਲੇ ਦਾ ਕਲਾਮ ਕਈਆਂ ਨੇ ਬੁੱਲਾ ਕਹਿ ਕੇ ਗਾ ਛੜਿਆ ਹੋਇਆ, ਜਦ ਕਿ ਉਹ ਬੁੱਲੇ ਦਾ ਕਲਾਮ ਬਾਬੇ ਬੁੱਲੇ ਸ਼ਾਹ ਦਾ ਹੁੰਦਾ ਨਹੀਂ ਹੈ। ਜੀ। ਜੀ ਜਿਵੇਂ ਤੁਹਾਡੀ ਕਵਾਲੀ ਦੇ ਵਿੱਚ ਵੀ ਥਾਂ ਥਾਂ ਜੀ। ਉਹ ਝਲਕ ਨਜ਼ਰ ਆਉਂਦੀ ਹੈ। ਸੋ ਮੇਰੀ ਇੱਕ ਇਹ ਬੇਨਤੀ ਹੈ, ਖਾਨ ਸਾਹਿਬ ਕਿਧਰੇ ਤੇ ਕਰ ਲੈਂਦੇ ਸਨ ਗਿਰਾ ਸ਼ੇਰਾ ਲਾਉਣ ਲਈ, ਤੇ ਚਲੋ ਮਾੜਾ ਮੋਟਾ ਇਧਰੋਂ ਸ਼ੇਰ ਆ ਗਿਆ ਹੁੰਦਾ, ਕਵਾਲੀ 'ਚ ਆ ਵੀ ਜਾਂਦਾ, ਪਰ ਇਹ ਵੇ ਕਿ ਮੇਰੀ ਮੈਂ ਹਰ ਗਾਉਣ ਵਾਲਿਆਂ ਨੂੰ ਵੀ ਕਹਿਣਾ ਕਿ ਗਾਉਣ ਵਾਲਿਆਂ ਦੀ ਵੀ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਜੀ ਜੀ ਔਰ ਉਹਦੇ ਵਿੱਚ ਚੰਗੀਆਂ ਵੱਡੀਆਂ ਸੂਫੀ ਕਲਾਮ ਤੋਂ ਲੈ ਕੇ ਬਿਲਕੁਲ, ਤੇ ਬਿਲਕੁਲ ਸਹੀ। ਅਜੋਕੀ ਸ਼ਾਇਰੀ ਦੀਆਂ ਕਿਤਾਬਾਂ ਹੋਣੀਆਂ ਚਾਹੀਦੀਆਂ, ਕਿਉਂਕਿ ਉਹਨਾਂ ਨੇ ਸ਼ੇਰ ਗਾਉਣਾ ਹੈ, ਸ਼ੇਰ ਬੋਲਣਾ ਹੈ। ਅਗਰ ਸ਼ੇਰ ਮੁਸਤਨਦ ਅਥੈਂਟਿਕ ਨਾ ਹੋਇਆ ਤੇ ਉਹ ਕਿਸੇ ਪੱਖੋਂ ਵੀ ਸੁਣਨ ਵਾਲਿਆਂ ਨੇ ਵੀ ਪੜ੍ਹਿਆ ਹੀ ਹੁੰਦਾ ਕਈਆਂ ਨੇ, ਜੀ ਜੀ ਤੇ ਉਹ ਫਿਰ ਉਹ ਇੱਕ ਕਹਿ ਲੋ ਕਿ ਕਚਿਆਈ ਆ ਜਾਂਦੀ ਹੈ, ਹਾਂਜੀ। ਕੰਮ ਦੇ ਵਿੱਚ ਵੀ, ਗੱਲ ਦੇ ਵਿੱਚ ਵੀ, ਇਜ਼ਹਾਰ ਦੇ ਵਿੱਚ ਵੀ। ਸੋ ਇਹ ਮੈਂ ਨਵੇਂ ਗਾਉਣ ਵਾਲਿਆਂ ਨੂੰ ਵੀ ਕਹਾਂਗਾ, ਔਰ ਖਾਸ ਤੌਰ ਤੇ ਸੂਫੀ ਕਲਾਮ ਇਹ ਤੇ ਆਇਤਾਂ ਵਰਗਾ ਰੰਗ ਹੈ। ਹਾਂਜੀ ਹਾਂਜੀ ਇਹ ਜਦੋਂ ਤੇ ਤੱਕ ਹਾਂ ਇਹ ਉਤਾਰ ਕਹੀਏ। ਹਾਂ, ਅਗਰ ਬੁੱਲੇ ਦਾ ਕਲਾਮ ਅਸੀਂ ਗਲਤ ਗਾ ਦਈਏ, ਹਾਂ, ਨਹੀਂ, ਨਹੀਂ। ਕਿਸੇ ਦਾ ਕਲਾਮ ਉਹ ਬੁੱਲੇ ਦਾ, ਜਿਹੜਾ ਬੁੱਲੇ ਦਾ ਹੈ ਉਹ ਬੁੱਲੇ ਦਾ ਹੀ ਹੈ ਫਿਰ, ਤੇ ਜਿਹੜਾ ਨਹੀਂ ਹੈ ਉਹ ਨਹੀਂ ਹੈ। ਹਾਂਜੀ ਇਹ ਇੱਕ ਉਹ ਇਹ ਨਾ, ਬਹੁਤ ਬੜੀ ਅਕਲ ਦੀ ਗੱਲ ਹੈ। ਹਾਂ ਉਹਦੇ ਵਿੱਚ ਇਹ ਵੀ ਕਿ ਅਸੀਂ ਪੱਲਿਓਂ ਨਹੀਂ ਪਾ ਸਕਦੇ। ਜੀ ਜੀ ਅੱਗੇ ਤੋਂ ਜਿਸ ਵੇਲੇ ਵੀ ਤੁਸੀਂ ਕਲਾਮ ਕਿਸੇ ਫਕੀਰ ਦਾ ਗਾਉਂਦੇ ਹੋ, ਭਾਵੇਂ ਉਹ ਬਾਬਾ ਫਰੀਦ ਸ਼ਕਰਗੰਜ ਨੇ, ਉਹਨਾਂ ਦੇ ਤੇ 140 ਦੋਹੇ ਨੇ, ਹਾਂਜੀ 140-50 ਤੋਂ ਜ਼ਿਆਦਾ ਨਹੀਂ ਹੈਗੇ, ਐਵੇਂ ਮਤਲਬ ਤੁਸੀਂ ਲੋਕ ਇੰਨੀਆਂ ਲੈਣਾ ਨਹੀਂ, ਹਾਂਜੀ 280 ਲੈਣਾ ਹੋ ਗਈਆਂ ਮਿਸਰੇ, ਜੀ। ਤਾਂ ਇੱਕ ਕਵਾਲੀ ਜਗਾਏ ਜਾ ਸਕਦੇ ਨੇ ਸਾਰਾ ਜੀ, ਬਾਬਾ ਬਿਲਕੁਲ ਫਰੀਦ, ਬਿਲਕੁਲ ਹੈ। ਲੇਕਿਨ ਇਹਨਾਂ ਨੇ ਬਹੁਤ ਸਾਰਿਆਂ ਨੇ ਇਹਨਾਂ ਬਾਬਾ ਫਰੀਦ ਦੇ ਖਾਤੇ 'ਚ ਪਾ ਛੜਿਆ। ਇੰਜੀ ਮੀਆਂ ਮੁਹੰਮਦ ਬਖਸ਼ ਦਾ ਕਲਾਮ ਜਿਹੜਾ ਸੈਫੁਲ ਮੁਲਕ, ਉਹ ਸਾਰੇ ਲੋਕਾਂ ਨੇ ਇੰਜੀ ਕੀਤਾ। ਸੋ ਗਾਉਣ ਵਾਲਾ ਰੰਗ ਅਗਰ ਤੁਸੀਂ ਉਹਦੇ ਵਿੱਚ ਕਿਸੇ ਫਕੀਰ ਦਾ ਨਾਮ ਵਰਤਦੇ ਹੋ ਤੇ ਫਿਰ ਸਾਨੂੰ ਉਹਦਾ ਮੁਸਤਨਦ ਅਥੈਂਟਿਕ ਕਿਤਾਬਾਂ ਉਹ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਨੇ। ਤੇ ਮੈਂ ਬੁੱਲੇ ਸ਼ਾਹ ਔਰ ਖਾਜਾ ਗੁਲਾਮ ਫਰੀਦ, ਬਾਬਾ ਫਰੀਦ ਸ਼ਕਰਗੰਜ ਜੀ ਜੀ ਤੇ ਇਹ ਆਪਣਾ ਸਚਲ ਸਰਮਸਤ, ਇਹ ਤਿੰਨ ਸੂਫੀ, ਚਾਰ ਸੂਫੀ ਜਿਹਨਾਂ ਨੂੰ ਕਾਫੀਆਂ ਬਹੁਤੀਆਂ ਲਿਖੀਆਂ, ਬਾਬਾ ਫਰੀਦ ਨੇ ਤਾਂ ਦੋਹੇ ਲਿਖੇ, ਇਹਨਾਂ ਦੀਆਂ ਮੁਸਤਨਦ ਅਥੈਂਟਿਕ ਕਿਤਾਬਾਂ ਮੈਂ ਆਪਣੇ ਵੱਲੋਂ ਤੁਹਾਨੂੰ ਨਜ਼ਰ ਕਰਾਂ, ਤਾਂ ਜੇ ਤੁਹਾਨੂੰ ਜੀ ਜੀ ਔਰ ਮੈਂ ਜਦੋਂ ਤੁਸੀਂ ਇੱਕ ਫੋਨ ਕਾਲ ਹੋਏਗੀ ਤੇ ਉਹ ਤੁਹਾਨੂੰ ਤੁਹਾਡੇ ਘਰ ਉਹ ਪਹੁੰਚ ਜਾਣਗੇ। ਜੀ ਬਿਲਕੁਲ ਡਾਕ ਦਾ ਤੁਸੀਂ ਮੈਨੂੰ ਐਡਰੈਸ ਕਰ ਦੇਣਾ, ਉਹ ਕੋਰੀਅਰ ਹੋ ਕੇ ਤੁਹਾਡੇ ਦਰ ਤੇ ਉਹ ਪਹੁੰਚ ਜਾਣਗੀਆਂ। ਤਾਂ ਜੇ ਔਰ ਹਾਂ ਇਹ ਨਹੀਂ, ਨਾਲ ਕੋਈ 4 ਕਿਤਾਬਾਂ ਹੋਰ ਵੀ ਸੂਫੀਆਂ ਜੀ, ਨੇ, ਤੇ ਉਹ ਤੁਹਾਡੇ ਕੋਲ ਇੱਕ ਆ ਜਾਏਗਾ ਨਾ। ਜੀ, ਜੀ, ਬਿਲਕੁਲ। ਇਹ ਇੱਕ ਮੇਰੇ ਵੱਲੋਂ ਅੱਜ ਦੀ ਇਹ ਨਜ਼ਰ ਜਾਂ ਵੇਲ ਸਮਝ ਲਓ, ਠੀਕ ਹੈ। ਇਹ ਮੈਂ ਉਹ ਚੰਗੀਆਂ ਜ਼ਖੀਮ ਵੱਡੀਆਂ ਜੀ, ਕਿਤਾਬਾਂ ਜੀ, ਨੇ। ਤੇ ਹੁਣ ਅੱਗੋਂ ਫਿਰ ਤੁਹਾਡੀ ਮਰਜ਼ੀ ਦੀ ਕੰਪੋਜੀਸ਼ਨ, ਮਰਜ਼ੀ ਦਾ ਗਾਵਣ, ਬੋਲੀ ਦੀ ਵੀ ਕੋਈ ਕੈਦ ਨਹੀਂ, ਜੋ ਤੁਹਾਡਾ ਰੂਹ ਦਾ ਹੈ ਨਾ ਇਸ ਵੇਲੇ ਮਨ 'ਚ ਜੋ ਆ ਰਿਹਾ ਉਹ ਸਾਡੇ ਨਾਲ ਸਾਂਝਾ ਕਰੋ, ਤੇ ਦੱਸ ਵੀ ਦਿਓ ਕਿ ਕੀ ਗਾਉਣ ਲੱਗੇ ਹੋ। ਤੁਸੀਂ ਦੱਸ ਵੀ ਸਕਦੇ ਹੋ, ਔਰ ਇਹ ਵੀ ਅਗਰ ਫਰਜ਼ ਕਰੋ ਤੁਸੀਂ ਕੋਈ ਆਪਣੀ ਕੰਪੋਜੀਸ਼ਨ ਕੀਤੀ, ਆਪਣਾ ਕੰਪੋਜ਼ ਕੀਤਾ, ਆਪਣਾ ਕਿਧਰੋਂ ਕਲਾਮ ਚੁਣਿਆ ਹੋਇਆ, ਆਪਣੀ ਤੋਂ ਮੁਰਾਦ ਕਿਸੇ ਦਾ ਵੀ ਸ਼ਾਇਰ ਦਾ, ਕਿਸੇ ਪਿਛਲੇ ਸ਼ਾਇਰ ਦਾ, ਕਿਸੇ ਅੱਜ ਦੇ ਸ਼ਾਇਰ ਦਾ, ਜਾਂ ਕਿਸੇ ਗਾਈ ਹੋਈ ਸ਼ਾਇਰ ਨੂੰ, ਜਿਹੜਾ ਪੰਜਾਬੀ ਹੋਵੇ ਜਾਂ ਕੋਈ ਵੀ ਹੋਵੇ, ਕੋਈ ਫਰਕ ਨਹੀਂ, ਤੁਹਾਡੀ ਆਪਣੀ ਮਰਜ਼ੀ। ਇਹ ਤਾਂ ਕਹਿ ਦਿੱਤਾ ਨਾ, ਇਹਦੇ 'ਚ ਤਾਂ ਖੁੱਲ੍ਹ ਹੈ। ਠੀਕ
ਤੇ ਜਿਸ ਤਰ੍ਹਾਂ ਦਾ ਕੋਈ ਕਲਾਸਿਕ ਹੀ ਪੁਰਾਣਾ ਰੰਗ, ਕੋਈ ਨਵਾਂ ਰੰਗ, ਕੋਈ ਵੀ ਤੁਹਾਡੇ ਮਨ 'ਚ, ਲੇਕਿਨ ਉਹ ਕੰਪੋਜੀਸ਼ਨ ਤੁਹਾਡੀ ਹੋਵੇ। ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੀ ਕੰਪੋਜੀਸ਼ਨ ਬਾਹਰ ਜਾਵੇ ਤੇ ਠੀਕ ਹੈ, ਨਹੀਂ ਤੇ ਆਪਣੀ ਮਰਜ਼ੀ ਦਾ ਖਾ ਲਓ। ਇਹ ਕਲਾਮ ਹੈ ਜੀ ਗੰਜੇ ਸ਼ਕਰ ਦਾ, ਬਾਬਾ ਫਰੀਦ ਦਾ, ਬਾਬਾ ਫਰੀਦ ਸਾਡੇ ਸਾਈਆਂ ਦਾ। ਅਸੀਂ ਨਿਮਾਣੇ ਫਰੀਦੀ। ਬਿਸਮਿਲ੍ਲਾ। ਕੀ ਬਾਤ ਹੈ। ਬਾਬਾ ਫਰੀਦ ਦੇ ਕਲਾਮ ਨੂੰ ਵੀ ਹੁਣ ਅਸੀਂ ਕਹਿ ਬੈਠੇ ਆ, ਇਹਦੇ ਵਿੱਚ ਵੀ ਭਰਤੀਆਂ ਹੋਣੀਆਂ ਨੇ ਮੈਨੂੰ ਪਤਾ, ਲੇਕਿਨ ਤੁਹਾਨੂੰ ਖੁੱਲ ਲਿਆ ਅੱਜ, ਔਰ ਅਗਲੀ ਵਾਰੀ ਤੇ ਫਿਰ ਤੁਹਾਡੇ ਨਾਲ ਸਾਡਾ ਪਰਛਾਵਾਂ ਰਹਿਣਾ। फरीद का दिन है, आज बसले फरीद का दिन है, आज वसले फरीद का दिन है, बादनोशों की ईद का दिन है, बेहिजाबाना आशिकों कर लो, आज बाबा की दीद का दिन है। चमका माहे कामिल आस्ताने चिश्त पर, कहकशां कुर्बान है रूए रवाने चिश्त पर, धुल रहा है सलसबीलो कौसरो तस्लीम से, नूर की बारिश हुई है आस्ताने चिश्त पर, है दिल जलवा, है दिल में इश्क़ नबी का जलवा, है दिल में इश्क़ नबी का जलवा, दिल में इश्क़ नबी का जलवा, नजर में
ਕਦੀ ਤੁਸੀਂ ਕਿਸੇ ਫਿਲਮੀ ਕਵਾਲੀ ਨੂੰ ਆਪਣੇ ਗਾਉਣ ਦਾ ਹਿੱਸਾ ਬਣਾਇਆ ਕਦੀ? हाँ जी, अजकल के माहौल के नाल देखो ना चलना पैंदा है। मुआशरे का माहौल ऐसा है कि अजकल शादियां च भी कवाली का ਜਿਹੜਾ ਸਿਸਟਮ ਹੈ ਹੁਣ ਚੱਲ ਰਿਹਾ। ਔਰ ਉਹਦੇ ਵਿੱਚ ਜਿਹੜੇ ਪਪੂਲਰ ਗੀਤ ਨੇ ਉਹ ਵੀ ਗਾਣੇ ਪੈਂਦੇ ਨੇ ਤੇ ਫਿਰ ਉਹ ਖਾਨ ਸਾਹਿਬ ਨੁਸਰਤ ਫਤਿਹ ਅਲੀ ਖਾਨ ਇਸ ਪਾਸੇ ਮਦਦ ਕਰ ਜੜਦੇ ਜਨਾਬ, ਇਸ ਪਾਸੇ ਮਦਦ ਸਾਡੀ ਕਰ ਦਿੰਦੇ, ਬਲਕਿ ਉਹਨਾਂ ਦੀ ਮਦਦ ਚੱਲ ਰਹੀ ਹੈ ਸਾਰੀ। नो डाउट ਉਹਨਾਂ ਦਾ ਹੀ ਸਦਕਾ ਚੱਲ ਰਿਹਾ ਸਾਰਾ। ਬਿਲਕੁਲ ਸਹੀ, ਬਿਲਕੁਲ ਸਹੀ। ਬਲਕਿ ਮੈਂ ਤੇ ਇਹ ਕਹਾਂਗਾ ਕਿ ਅਗਰ ਪਾਕਿਸਤਾਨ ਚ ਦੁਨੀਆ ਭਰ ਚ ਲੋਕ ਸੁਣ ਮੇਰੀ ਗੱਲ ਨੂੰ ਤੇ ਇਹ ਹੈ ਹੀ ਨੁਸਰਤ ਫਤਿਹ ਅਲੀ ਖਾਨ ਦਾ ਸਦਕਾ ਹੈ ਜੋ ਅੱਜ ਕੱਲ ਕਵਾਲ ਸਾਰੇ। ਜਦੋਂ ਤੱਕ ਨੁਸਰਤ ਫਤਿਹ ਅਲੀ ਖਾਨ ਦੀ ਚੀਜ਼ ਨਹੀਂ ਗਾਓਗੇ ਤੁਹਾਡਾ ਸਵਾਦ ਨਹੀਂ ਬਣੇਗਾ। ਚਲੋ ਫਿਰ ਇੰਜ ਹੀ ਕਰਨੇ ਆ ਕਿ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਬਹੁਤ ਕਵਾਲੀ ਨੂੰ ਆਸਾਨ ਕਰ ਦਿੱਤਾ ਉਹਨਾਂ ਨੇ। ਤੇ ਉਹਨਾਂ ਦੀ ਜਿਹੜੀ ਕਵਾਲੀ ਤੁਹਾਨੂੰ ਕੰਪੋਜੀਸ਼ਨ ਦੇ ਹਿਸਾਬ 'ਚ, ਕੰਟੈਂਟ ਤੇ ਮਤਲਬ ਮੌਜੂ ਦੇ ਹਿਸਾਬ 'ਚ ਜਿਹੜੀ ਤੁਹਾਨੂੰ ਬੜੀ ਬਰੀਕ ਕੰਮ ਲੱਗਦਾ ਖਾਨ ਸਾਹਿਬ ਦਾ, ਜਿਹਨੂੰ ਖੁਦ ਬੜੇ ਆਨੰਦ ਨਾਲ, ਰੂਹ ਨਾਲ, ਮੈਂ ਕਹਾਂ ਕਿ ਖੁਸ਼ੀ ਨਾਲ ਗਾਉਂਦੇ ਹੋ ਤੁਸੀਂ, ਉਹ ਕਵਾਲੀ ਸਾਨੂੰ ਸੁਣਾਓ। हाँ, कोई क्लासिकल या जिस तरह का भी तो बस ਤੁਹਾਡੇ ਤੇ ਪਾਤੀ। अगर क्लासिकल अंग ਦੀ ਸੁਣਾਣੀ ਹੈ, ਦੋ ਸੁਣਾ ਲਓ, ਉਹ ਵੀ ਖੋਲ ਹੈ। ਤੇ ਅੱਜ ਟਾਈਮ ਜਿਹੜਾ ਸਾਡਾ ਉੱਤੇ ਵੀ ਜਾ ਰਿਹਾ ਤੇ ਜਾ ਰਿਹਾ ਫਿਰ। ਹਾਂਜੀ, ਜਾਣ ਦਿਓ ਫਿਰ, ਕਿਉਂਕਿ ਅਸੀਂ ਸ਼ੁਰੂ ਵੀ ਤੇ ਉੱਤੋਂ ਹੀ ਹੋਏ ਸਾਂ। ਇਹ ਜਦ ਤੱਕ ਸਾਡੇ ਮਿੱਤਰ ਇਹ ਡਿਸਾਈਡ ਕਰਦੇ ਨੇ। ਗੁਲਾਮ ਹੁਸੈਨ ਨੇ ਕਿਹਾ ਸਾਹਿਬ ਸਾਹਿਬ ਬਹੁਤ ਵਧੀਆ ਸ਼ੋਅ, ਕਮਾਲ ਹੈ ਤੇ ਨਾਲ ਹਮੇਸ਼ਗੀ ਵਾਲਾ ਅਹਿਸਾਸ ਹੈ ਕਵਾਲੀ ਦੇ ਵਿੱਚ। ਇਹ ਗੁਲਾਮ ਹੁਸੈਨ ਦਾ ਮੈਸੇਜ ਸੀ। ਇਜਾਜ਼ ਸ਼ੇਖ ਹੋਰਾਂ ਨੇ ਜਿਹੜੇ ਸਾਡੇ ਭਗਵਾਨਪੁਰੇ ਦੇ ਨੇ, ਇਹਨਾਂ ਨੇ ਵੀ ਬਹੁਤ ਸਿਫਤਾਂ ਕਰ ਛੜੀਆਂ ਨੇ। ਕਹਿੰਦੇ ਨੇ ਜੀ ਰੂਹ ਰਾਜ਼ੀ ਹੋ ਗਈ। ਆਸਮ ਰਜ਼ਾ ਸਾਹਿਬ ਆਸਟ੍ਰੇਲੀਆ ਤੋਂ ਕਹਿੰਦੇ ਨੇ ਕਿ ਸਾਲ ਬਾਅਦ ਆਇਓ ਪਰ ਬਹੁਤ ਸਹੀ ਆਇਓ। ਕਿਉਂਕਿ ਮੈਂ ਕਾਫੀ ਛੁੱਟੀਆਂ ਕੀਤੀਆਂ ਨੇ ਔਰ ਆਪਣੇ ਸੁਣਨ ਨਾਲ ਐਡਾ ਸੋਹਣਾ ਅੰਦਾਜ਼, ਵਾਹ ਕਿਆ ਬਾਤ ਹੈ। ਨਾਲ ਮੁਹੱਬਤਾਂ ਵੀ ਉਹਨਾਂ ਨੇ ਆਸਟ੍ਰੇਲੀਆ ਤੋਂ, ਸਿਡਨੀ ਤੋਂ ਉਹਨਾਂ ਨੇ ਭੇਜੀਆਂ ਨੇ ਤੇ ਉਹਨਾਂ ਨੇ ਕਿਹਾ ਵੀ ਬੱਲੇ ਬੱਲੇ ਕਰਾ ਦਿੱਤੀ ਤੂੰ ਜ਼ਾਲਮਾ। ਠੀਕ ਹੈ ਨਾ। ਬੁਸ਼ਰਾ ਮੋਹਣੀ ਰੋਡ ਤੋਂ ਇਹ ਮਲੰਗਣੀ ਹੈ। ਇਹ ਮਤਲਬ ਫਕੀਰੀ ਰੰਗ ਦੀ ਆਪ ਰੰਗੀ ਹੋਈ ਹੈ, ਰੂਹ ਹੈ ਜੀ ਜੀ। ਤੇ ਉਹਨਾਂ ਨੇ ਤੇ ਬੱਲੇ ਬੱਲੇ ਉਹ ਵੀ ਖਿੜੀ ਪਈ ਹੈ, ਨਿਹਾਲ ਹੋਈ ਪਈ ਤੇ ਨਾਈਸ ਆਲਾ ਪ੍ਰੋਗਰਾਮ ਹੋ ਪਏ ਕਹਿੰਦੇ ਨੇ। ਤੇ ਇਸੇ ਤਰ੍ਹਾਂ ਆਰਿਫ ਸਾਹਿਬ ਨੇ ਤਾਰੀਫਾਂ ਕੀਤੀਆਂ ਨੇ, ਇਸ਼ਤਿਆਕ ਉਹਨਾਂ ਨੇ ਔਰ ਸਾਇਮਾ ਨੇ ਕਿਹਾ ਜੀ ਕਮਾਲ ਹੋ ਗਿਆ, ਮਜ਼ਾ ਆ ਗਿਆ। ਹਸਨੈਨ ਉਹਨਾਂ ਨੇ ਕਿਹਾ ਬੱਲੇ ਬੱਲੇ ਹੋ ਗਈ। ਮਤਲਬ ਸਿਫਤਾਂ ਜਿੰਨੀਆਂ ਵੀ ਹੁਣ ਅਗਰ ਲੰਬੀਆਂ ਲੜੀਆਂ ਨੇ ਜਿਹਨਾਂ ਵਿੱਚ ਅਸੀਂ ਜਾਵਾਂਗੇ ਤੇ ਗੱਲਾਂ ਹੋਰ ਦੀਆਂ ਹੋਰ ਹੋ ਜਾਣੀਆਂ। ਮੇਰਾ ਮਨ ਹੈ ਕਿ ਹੁਣ ਤੱਕ ਉਹ ਬਣਾ ਲਈ ਹੋਣੀ ਹੈ ਕਿ ਵੀ ਤੁਸੀਂ ਕੀ ਸਾਨੂੰ ਸੁਣਾਣਾ। ਤੇ ਅਸੀਂ ਜੀ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਕਵਾਲੀਆਂ ਚੋਂ ਮੋਹਸਿਨ ਇਜਾਜ਼ ਖਾਨ ਹੋਰਾਂ ਦੀ ਅੱਜ ਦੇ ਪ੍ਰੋਗਰਾਮ ਵਾਸਤੇ ਸਾਡੇ ਗਾਉਣ ਲਈ ਉਚੇਚੀ ਚੁਣੀ ਹੋਈ ਕਵਾਲੀ ਜਿਹੜੀ ਹੈ ਉਹ ਸਾਨੂੰ ਸੁਣਾ ਰਹੇ। ਮੈਂ ਜੀ ਸੁਣਾ ਰਿਹਾ ਖਾਨ ਸਾਹਿਬ ਨੁਸਰਤ ਫਤਿਹ ਅਲੀ ਖਾਨ ਦਾ ਇੱਕ ਬੜਾ ਮਸ਼ਹੂਰ ਆਈਟਮ ਹੈ, ਮੇਰਾ ਢੋਲ ਮਾਹੀ ਮੇਰੇ ਮਨ का राजा। ये गंजे शक्कर की तरफ
करम हो करम मेरे बाबा करम हो करम मेरे बाबा गरीबों का रख लो करम मेरे बाबा गरीबों का रख लो करम मेरे बाबा है दोनों जहां में हमारा सहारा है दोनों जहां में हमारा सहारा तेरा इसमें दिशा शक्र है मेरा ढोल माही बाबा मेरे मन का राजा मेरा ढोल माही बाबा मेरे मन का राजा मेरा ढोल माही बाबा मेरे मन का राजा मेरा ढोल माही मेरे मन का राजा मेरा ढोल माही बाबा तू वलियों का राजा तू कुतुबों का खाजा तू वलियों का राजा तू कुतुबों का खाजा जरा एक बार अपनी महफिल में आ जा एक बार अपनी महफिल में आ जा तेरी दीद होगी मेरी ईद होगी तेरी दीद होगी मेरी ईद होगी मेरे दिल का अरमान तुझे शक्र है मेरा ढोल माही बाबा मेरे मन का राजा मेरा ढोल माही मेरा ढोल माही माही मेरा ढोल माही वाह 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 क्या कहने जी क्या कहने इस तरह ਦੇ ਜਿਹੜੇ ਅਹਿਸਾਸ ਜੋ ਕਵਾਲੀ ਰਹੀ ਫਕੀਰਾਂ ਦੀ ਮਾਨਤਾ ਤੇ ਉਹਨਾਂ ਦੇ ਨਾਲ ਮੁਹੱਬਤ ਤੇ ਔਰ ਖਾਸ ਤੌਰ ਤੇ ਸਾਡੇ ਇਸ ਧਰਤੀ ਦੇ ਕਹਿ ਲੋ ਕਿ ਆਗੂ ਨੇ ਗੁਰਪੁਰਖ ਨੇ ਜਿਨ੍ਹਾਂ ਨੇ ਸਾਨੂੰ ਰੱਬੀ ਰਾਹ ਵਿਖਾਏ ਨੇ ਸੱਚੇ ਰਾਹ ਵਿਖਾਏ ਨੇ। ਅਸੀਂ ਸਾਨੂੰ ਅਗਰ ਥੋੜਾ ਬਹੁਤਾ ਬਾਬਿਆਂ ਦੇ ਨੇੜੇ ਲੈ ਗਏ ਨੇ ਤੇ ਇਹ ਕਵਾਲੀ ਦੇ ਰੰਗ ਹੀ ਲੈ ਗਏ ਜਿਨ੍ਹਾਂ ਨੇ ਬਾਬਿਆਂ ਦੇ ਫਕੀਰਾਂ ਦੇ ਗੁਣ ਸਾਨੂੰ ਦੱਸੇ ਔਰ ਉਹਨਾਂ ਦੇ ਬੋਲ ਸਾਨੂੰ ਸੁਣਾਏ ਔਰ ਉਹਨਾਂ ਬੋਲਾਂ ਦੇ ਅੰਦਰ ਜਿਹੜੀ ਗੱਲ ਸੀ ਜਿਹੜੀ ਰੂਹ ਸੀ ਜਿਹੜਾ ਫਲਸਫਾ ਸੀ ਜਿਹੜੀ ਸੋਚ ਸੀ ਉਹਨਾਂ ਨੇ ਸਾਡੀ ਦੁਨੀਆ ਬਦਲੀ ਔਰ ਲੋਕ ਉਹਨਾਂ ਬਾਬਿਆਂ ਦੀ ਮਾਨਤਾ 'ਚ ਮੁਰੀਦੀ 'ਚ ਆ ਗਏ ਜਿਵੇਂ ਮਤਲਬ ਇਹਨਾਂ ਦਰਗਾਹਾਂ ਤੇ ਮੇਲੇ ਲੱਗਦੇ ਨੇ ਇਹ ਕੋਈ ਛੋਟੀ ਗੱਲ ਨਹੀਂ ਹੈ। ਬਾਬਾ ਫਰੀਦ ਕਹਿੰਦੇ ਨੇ ਫਰੀਦਾ ਖਾਲਕ ਖਲਕ ਮਾਂ ਖਲਕ ਵਸੇ ਰੱਬ ਮਾਂ ਮੰਦਾ ਕਿਸਨੂੰ ਆਖੀਏ ਜਬ ਤਿਸ ਬਿਨ ਕੋਈ ਨਾ ਕਿ ਮੰਦਾ ਮੈਂ ਕਿਹਨੂੰ ਆਖਾਂ ਖਾਲਕ ਜਿਹੜਾ ਉਹ ਖਲਕ ਵਿੱਚ ਹੈ ਜ਼ਿੰਦਗੀ ਵਿੱਚ ਹੈ ਮਖਲੂਕ 'ਚ ਹੈ ਜਿੱਥੇ ਜ਼ਿੰਦਗੀ ਹੈ ਜਿੱਥੇ ਸਾਹ ਲੈਂਦੀ ਕੋਈ ਜੀਵ ਹੈ ਉਹਦੇ ਵਿੱਚ ਹੈ। ਅੱਛਾ ਫਰੀਦਾ ਖਾਲਕ ਖਲਕ ਮਾਂ ਉਹਨਾਂ ਨੇ ਖਾਲਕ ਨੂੰ ਇੱਥੇ ਲੈ ਆਂਦਾ ਹੈ ਖਲਕ ਵਿੱਚ ਤੇ ਖਲਕ ਵਸੇ ਰੱਬ ਮਾਂ ਇਹ ਜੋ ਅਡੰਬਰ ਹੈ ਜੋ ਪਸਾਰ ਹੈ ਜੋ ਫੈਲਾਓ ਹੈ ਜੋ ਕੁੱਲ ਵਜੂਦ ਹੈ ਕੁੱਲ ਹਸਤੀ ਹੈ ਜਿੰਨਾ ਹੋਣ ਹੈ ਇਹ ਸਭ ਰੱਬ ਹੈ ਇਹ ਰੱਬ ਦੇ ਵਿੱਚ ਵਸਦੀ ਹੈ ਖਲਕ ਇਹ ਬਾਬਾ ਆਖਦਾ ਸਾਡਾ ਫਰੀਦਾ ਖਾਲਕ ਖਲਕ ਮਾਂ ਖਲਕ ਵਸੇ ਰੱਬ ਮਾਂ ਫਰੀਦਾ ਖਾਲਕ ਜਿਹੜਾ ਹੈ ਉਹ ਖਲਕ ਵਿੱਚ ਉਹ ਆਪ ਜ਼ਿੰਦਗੀ ਦੀ ਰੂਪ 'ਚ ਆ ਗਿਆ ਉਹ ਹਰ ਵਿੱਚ ਸਮਾ ਗਿਆ ਉਹ ਸਾਰੇ ਨੂੰ ਮਿਲਾਓ ਤੇ ਇੱਕ ਬਣਦਾ ਹੈ ਖਾਲਕ ਸਾਰੀ ਮਖਲੂਕ ਨੂੰ ਮਿਲਾਓ ਤੇ ਇੱਕ ਖਾਲਕ ਬਣਦਾ ਔਰ ਖਾਲਕ ਦਾ ਆਪਣਾ ਇੱਕ ਸੁਰ ਹੈ ਹੋਣ ਦਾ ਤੇ ਉਸ ਸੁਰ ਤੱਕ ਲੈ ਕੇ ਜਾਂਦੇ ਨੇ ਲੋਕ ਤੇ ਗਾਇਕੀ ਜਿਹੜੀ ਉਹ ਕਵਾਲੀ ਦੀ ਫਰੀਦਾ ਖਾਲਕ ਖਲਕ ਮਾਂ ਖਲਕ ਵਸੇ ਰੱਬ ਮਾਂ ਤੇ ਮੰਦਾ ਕਿਸ ਨੂੰ ਆਖੀਏ ਜਬ ਤਿਸ ਬਿਨ ਜਦ ਉਹਦੇ ਬਿਨਾ ਕੋਈ ਹੋਰ ਹੈ ਹੀ ਨਹੀਂ ਮੰਦਾ ਕਿਸ ਨੂੰ ਆਖੀਏ ਜਬ ਤਿਸ ਬਿਨ ਕੋਈ ਨਾ ਉਹਦੇ ਬਿਨਾ ਤੇ ਕੋਈ ਹੋਰ ਹੈ ਹੀ ਨਹੀਂ ਉਹੀ ਉਹ ਹੈ
जिधर देखो वही वो है। सो ਉਹਦਾ ਹੀ ਜਲਵਾ ਹੈ, ਉਹ ਹੀ ਇਹ ਹੈ, ਇਹ ਹੀ ਉਹ ਹੈ। ਸਮਝ ਗਏ ਨਾ? ਅਗਰ ਉਹ ਕਰਕੇ ਵੀ ਵੇਖਣਾ ਤੇ ਇਹਦੇ ਵਿੱਚੋਂ ਹੀ ਉਹ ਦਿਸਦਾ ਹੈ, ਤੇ ਜਿਹਦੇ ਵਿੱਚੋਂ ਉਹ ਦਿਸਦਾ ਹੈ ਉਹ ਇਹ ਲੋਕ ਨੇ। ਇਹ ਸਾਡੇ ਬਾਬੇ ਨਾਨਕ ਸਰਕਾਰ ਵਰਗੇ। ਬਾਬੇ ਨਾਨਕ ਦੇ ਰੰਗ ਦੇ ਵੀ ਗਾਇਆ ਕਰੋ, ਬਾਬੇ ਖਾਜਾ ਗੁਲਾਮ ਫਰੀਦ ਦੇ ਰੰਗ ਗਾਇਆ ਕਰੋ ਜ਼ਿਆਦਾ, ਮਤਲਬ ਜਿਹਨਾਂ ਦੀ ਲੋੜ ਆ। ਸ਼ਾਹ ਹੁਸੈਨ, ਬੁੱਲੇ ਸ਼ਾਹ, ਕਿਉਂਕਿ ਇਹ ਬਾਬੇ ਨੇ ਇਹਨਾਂ ਦਾ ਓਰੀਜਨਲ ਕਲਾਮ ਹੁਣ ਮੈਂ ਤੁਹਾਨੂੰ ਦੇ ਦੇਣਾ, ਠੀਕ ਹੈ ਨਾ? ਮੈਂ ਨਾਨਕ ਦਾ ਵੀ ਦਊਂ, ਠੀਕ ਹੈ ਨਾ? ਕਦੀ ਉਧਰ ਵੀ ਹਾਜ਼ਰੀ ਭਰੋ, ਤੇ ਹੋ ਸਕਦਾ ਭਰਨੀ ਪੈ ਜਾਏ ਤੁਹਾਨੂੰ। ਆਉਣ ਵਾਲੇ ਵੇਲੇ 'ਚ ਰੰਗ ਲਾਣੇ ਨੇ, ਜੋੜ ਬਣਾਣੇ ਨੇ ਕੁਦਰਤ ਨੇ। ਤੇ ਇਹ ਹਾਂਜੀ, ਇਹ ਹੁਣ ਫਕੀਰਾਂ 'ਚ ਬਾਬੇ ਫਰੀਦ ਤੋਂ ਕਹਿੰਦੇ ਨੇ ਲੜੀ ਜਿਹੜੀ ਸਾਡੇ ਸੂਫੀਆਂ ਦੀ ਹੈ, ਉਹ ਅੱਗੋਂ ਵੀ ਜਲਦੀ ਰਹਿਣੀ ਹੈ। ਜਦ ਤੱਕ ਜ਼ਿੰਦਗੀ ਹੈ, ਜਦ ਤੱਕ ਰੱਬ ਹੈ, ਰੱਬ ਲੋਕ ਵੀ ਆਉਂਦੇ ਜਾਂਦੇ ਰਹਿਣੇ ਆ, ਠੀਕ ਹੈ ਨਾ? ਉਹਨਾਂ ਨੇ ਵੀ ਇਸ ਤਰ੍ਹਾਂ ਦੇ ਸੱਚ ਦੀ ਗੱਲ ਕਰਨੀ ਹੈ। ਇਹ ਮੈਂ ਇੱਕ ਸ਼ੇਰ ਦੱਸਿਆ ਜੇ ਬਾਬਾ ਜੀ ਦਾ। ਅਸੀਂ ਇਸੇ ਤਰ੍ਹਾਂ ਇੱਕ ਸ਼ੇਰ ਨੂੰ ਖੋਲਣ ਬਹਿ ਜੀਏ ਤੇ ਉਹ ਫਿਰ ਲੰਮੀਆਂ ਗੱਲਾਂ, ਤੁਹਾਡਾ ਵਕਫਾ ਵੀ ਲੰਬਾ ਹੋ ਜਾਏਗਾ। ਤੇ ਹੁਣ ਮਨ ਹੈ ਕਿ ਵੀ ਖਾਜਾ ਗੁਲਾਮ ਫਰੀਦ, ਬਾਬਾ ਫਰੀਦ ਤੋਂ ਖਾਜਾ ਫਰੀਦ ਤੱਕ ਇਹ 1000 ਸਾਲ 900 ਸਾਲ ਦਾ ਸਫ਼ਰ ਹੈ। ਇੱਕ ਬਾਬਾ ਫਰੀਦ 1000 ਸਾਲ ਪਹਿਲੇ ਹੋਏ ਨੇ ਤੇ ਇੱਕ ਬਾਬਾ ਫਰੀਦ 100 ਸਾਲ ਪਹਿਲੇ ਹੋਏ ਨੇ, 100 ਸਾਲ ਪਹਿਲੇ, ਮਤਲਬ 125 ਸਾਲ ਪਹਿਲੇ ਦੁਨੀਆ ਤੋਂ ਗਏ ਨੇ। 1900 ਪਿਛਲਾ 1900 ਵਿੱਚ ਅਸੀਂ ਫਿਰਦੇ ਆਏ ਨਾ, ਅਸੀਂ 20 ਸਾਲ ਹੀ ਹੋ ਗਏ ਨੇ। ਜਿਹੜੇ 20 ਸਾਲ ਤੋਂ ਬੜੇ ਪੁਰਾਣੇ ਨੇ ਉਹ 1900 ਦੇ ਵਿੱਚ ਰਹਿ ਕੇ ਤੇ 1906-7 ਚ ਖਾਜਾ ਗੁਲਾਮ ਫਰੀਦ ਮਤਲਬ ਵਿਸਾਲ ਕਰ ਗਏ। ਤੇ ਇੰਜ ਮੀਆਂ ਮੁਹੰਮਦ ਬਖਸ਼ ਵੀ, ਇਹ ਦੋਵੇਂ ਹੀ ਅੰਗਰੇਜ਼ ਦੇ ਜ਼ਮਾਨੇ 'ਚ ਰਹੇ ਨੇ ਸਾਰੇ। ਇਹਨਾਂ ਨੇ ਵਕਤ ਜ਼ਰਾ ਉਮਰ ਜਿਹੜੀ ਨਾ, ਉਮਰ ਸਮਝ ਲਓ ਕਿ 60 ਸਾਲ ਤੇ ਉਹਨਾਂ ਦੀ ਵਕਤ 'ਚ ਗੁਜ਼ਾਰੇ ਨੇ, 60-65 ਸਾਲ। ਤੇ ਹੁਣ ਫਿਰ ਅਸੀਂ ਆਖਰ ਤੇ ਖਾਜਾ ਗੁਲਾਮ ਫਰੀਦ ਹੋਰਾਂ ਦਾ ਕਲਾਮ ਆਪਣੇ ਸਾਬਰ ਫਰੀਦੀ ਹੋਰਾਂ ਨੇ ਆਵਾਜ਼ ਦੇ ਦਿੱਤੀ ਹੈ। ਤੇ ਅਸੀਂ ਹੁਣ ਤੁਹਾਨੂੰ ਪਤਾ ਨੇ ਇਹ ਐਸੀ ਲੋਕ ਨੇ ਜਿਨ੍ਹਾਂ ਨੂੰ ਬੰਦਾ ਆਖ ਨਾ ਸਕੀਏ, ਜਿਹਨੂੰ ਕਹਿੰਦੇ ਜਿਹਨੂੰ ਆਖ ਨਾ ਸਕੀਏ ਨਹੀਂ। ਤੇ ਇਹ ਬੜੇ ਪਿਆਰੇ ਜੀ ਨੇ, ਸਾਨੂੰ ਵਾਲੇ ਪਿਆਰਿਆਂ ਦਿਲ ਉਚੇਚਾ ਖਾਜਾ ਗੁਲਾਮ ਫਰੀਦ ਹੋਰਾਂ ਦਾ ਕਲਾਮ। ਮੋਹਸਨ ਇਜਾਜ਼ ਖਾਨ ਕਵਾਲ ਸਾਡੇ ਨਾਲ, ਔਰ ਇਹਨਾਂ ਦੀ ਪੂਰੀ ਸੰਗਤ ਦਾ ਜਾਂਦਿਆਂ ਉਹਦੇ ਬਾਅਦ 'ਚ ਅਸੀਂ ਤਾਰਫ ਕਰਾਵਾਂਗੇ ਕਿ ਕਿਹੜੇ ਕਿਹੜੇ ਲੋਕ ਨੇ। ਤੇ ਹੁਣ ਅਸੀਂ ਅਗਲਾ ਰੰਗ ਸੁਣਨੇ ਆ, ਫਕੀਰ ਦਰਵੇਸ਼ ਸ਼ਾਇਰ ਖਾਜਾ ਗੁਲਾਮ ਫਰੀਦ ਮਿੱਠਣ ਕੋਟ ਵਾਲੇ। ਤੇ ਦੇਖਦੇ ਆ ਇਹ ਕਿਵੇਂ ਕਵਾਲੀ ਜੋੜਦੇ ਨੇ, ਆਓ ਸੁਣੀਏ।
ਸਣ ਨਾਹੀ ਮੈਨੂੰ ਕਬਰਾਂ ਤਾਈ ਯਾ ਜ਼ਖਮ ਤੇ ਦਰਦ ਦਿਲੀ ਦੇ ਗੁਲਾਮ ਫਰੀਦਾ ਉਹ ਛਾਲਾ ਛੋਟੀ ਉਮਰੇ ਉਹ ਨਾ ਨਿਖੜਨ ਯਾਰ ਕਹੀਂ ਦੇ ਆਵੇ ਮਾਹੀ ਪਿੰਡ ਆਮਣ ਦਾ ਮੈਂ ਲੱਖ ਇਹਸਾਨ ਮਨੇ ਸਾਂ ਆਵੇ ਸਜਦੇ ਉਹ ਤੰਡੇ ਭੱਜ ਭੱਜ ਕਦਮ ਚੁਮੇ ਸਾਂ ਇਹ ਨਾਤਾਨ ਕਰੇਂਦੀਆਂ ਸਈਆਂ ਕੋ ਮੈਂ ਕਿਹੜਾ ਹੁਸਨ ਵਖੇ ਸਾਂ ਗੁਲਾਮ ਫਰੀਦਾ ਉਹ ਮੈਂ ਹਾਂ ਖਾਕ ਪੈਰਾਂ ਦੀ ਉਹ ਤੇਰੇ ਕਦਮਾਂ ਹੇਠ ਮਧੀ ਸਾਂ ਬੱਚੇ ਸੋ ਇੱਕ ਸਾਡੀ ਮਨ ਗਿਨ ਲੱਖ ਮਨਵਾ ਗਿਨ ਮੈਂ ਬਾਂਦੀ ਤੇ ਬਲ